वाहिगुरु जी का खालसा वाहिगुरु जी की फतेह। पतित पावन भगत वचन दयानंद सतगुरु श्री गुरु ग्रंथ साहिब जियां दी पावन हजूरी का नित मान रही गुरु सवारी संगत जियो। हर रोज की तरह अज भी संगत दियां घड़ियां विच जुड़न दा अवसर प्राप्त होया है। आओ इस समय नूं गुरां दे प्यार विच सफला बनाइए। चल रहे पावन प्रसंगां दे विचों आप जी ने सरवण कीता सी जगत गुरु गुरु नानक साहब सच्चे पातशाह जी ने रोहत हरदयाल जियां नूं उपदेश बख्शिश कीता। नाय मने पत उपजै साला ही सच सूत दरगह अंदर पाइए पग ना टूटस टूट। इन्हां वचनां ने पंडित हरदयाल जी का हिरदा बदल के रख दिता। ब्रह्म ज्ञान दे उपासक बने, नाम अभ्यासी बन के सारा जीवन बतीत किया। इसे थां ते ब्रह्मणां नूं ब्रह्म भोज कीता गया। 36 प्रकार के भोजनां नूं छक के खतरी ते ब्राह्मण आपो अपने घरां नूं तुर गए। हजारां दे विचों एक सन पंडित हरदयाल जो इस किरपा दे पात्र बने, जिन्हां दी झोली सतगुरां दा उपदेश पिया। बेशक उपदेश सुनने वाले सारे ही सी, पर सुन के कमाउण ते मनण वाले केवल इक्को एक पुरोहित हरदयाल सन, जिन्हां ने अज दक्षिणा भी नहीं लई ते भोजन भी नहीं किया। नाम का भोजन जीवन का आधार बन गया। इन्हां सारे प्रसंगां नूं बड़े विस्तार सहित आप जी ने सरवण कीता। आओ कोई समा मन चित करतियां नूं एकाग्र चित बनाइए। पाओ प्रेम दी सांझ, गज बज के आखो जी सतनाम श्री वाहिगुरु साहिब जी। सतनाम श्री सवैया बारियानन ते बर देह गुरु बार ग्रंथ संपूर्ण होए अबे। महाकवि भाई संतोख सिंह जी इस पवित्र पावन कथा को जो लिख रहे हैं, प्रसंग की आरंभता दे विच गुरु नानक साहब सच्चे पातशाह जी के सन्मुख बेनती करते ने, हे गरीब नवाज ऐसी बख्शिश दया करो। जो कारज आप जी ने यह बख्शिश किया है ग्रंथ नूं लिखण दा, कथा नूं उचारण दा, तुहाडी मेहर दे सदका इहदी संपूर्णता होवे। इन्ना वड्डा ग्रंथ आप जी की महिमा का लिखना तुहाडी कृपा तो बगैर संभव नहीं। ऐसे बर की प्राप्ति बख्शो, मैं इन प्रेम विच लिख सका ते सुना सका। बड़े अदब की बेनती गुरु नानक साहब जी के चरणों दे विच कवि संतोख सिंह करते हैं। बल जाए कवि तुमरो बल पाए,
ਕਰੋ ਕਵਤਾ ਸ਼ੁਭ ਛੰਦ ਸਬੈ। ਗਰੀਬ ਨਵਾਜ ਸਤਿਗੁਰੂ ਜੀ ਆਪ ਜੀ ਦਾ ਬਲ ਪਾ ਕੇ, ਆਪ ਜੀ ਦੀ ਕਿਰਪਾ ਦੇ ਨਾਲ ਹੀ ਇਹ ਮੈਂ ਸਭ ਕੁਝ ਲਿਖ ਸਕਦਾ, ਵਰਨਾ ਮੇਰੇ ਵੱਸ ਦਾ ਕੰਮ ਨਹੀਂ ਹੈ। ਇਸ ਮਹਾਨ ਕਥਾ ਨੂੰ ਲਿਖਣਾ ਤੁਹਾਡੀ ਕਿਰਪਾ ਨਾਲ ਹੀ ਸੰਭਵ ਹੋ ਸਕਦਾ ਹੈ, ਕਿਉਂਕਿ ਮੇਰੇ ਵਿੱਚ ਇੰਨਾ ਬਲ ਨਹੀਂ, ਮੇਰੇ ਵਿੱਚ ਇੰਨਾ ਜ਼ੋਰ ਨਹੀਂ, ਮੈਂ ਚੌਕੜਾ ਲਾ ਕੇ ਬਹਿ ਸਕਾਂ ਤੇ ਤੇਰੇ ਗੁਣਾਂ ਨੂੰ ਲਿਖ ਤੇ ਸੁਣਾ ਸਕਾਂ। ਕਿਰਪਾ ਦਾ ਵਰਤਾਰਾ ਰੱਖਿਓ। ਮੇਰਾ ਮਨ ਵੀ ਚੰਚਲ ਹੈ, ਮੇਰਾ ਮਨ ਵੀ ਸੰਸਾਰੀ ਹੈ, ਕਿਤੇ ਇਹ ਭਟਕ ਜਾਵੇ ਨਾ। ਬਲਹੀਨ ਕਰੋ ਵਿਗਨਾ ਸਭ ਹੀ, ਗੁਰ ਕੀਰਤ ਗ੍ਰੰਥ ਸੋ ਹੋਏ ਤਬੈ। ਇਸ ਗ੍ਰੰਥ ਦੀ ਮਹਿਮਾ ਘਰ ਘਰ ਵਿੱਚ ਪਹੁੰਚੇ, ਸਭ ਦੇ ਹਿਰਦੇ ਵਿੱਚ ਵਸੇ। ਐਸੀ ਕਿਰਪਾ ਕਰੋ ਬਲ ਹਾਰ ਜਾਣ ਉਹ ਜੋ ਸਾਡੇ ਵਿਗਨ ਨੇ। ਵਿਗਨ ਵਿਨਾਸ਼ਨ ਸਭ ਦੁਖ ਨਾਸਨ, ਕੱਟੇ ਜਾ। ਕਿਉਂਕਿ ਜੇ ਵਿਗਨ ਆ ਗਏ, ਨਾ ਕਥਾ ਲਿਖੀ ਜਾ ਸਕਦੀ ਤੇ ਨਾ ਸੁਣਾਈ ਜਾ ਸਕਦੀ। ਕਿਰਪਾ ਕਰਿਓ ਸੰਗਤ ਦੇ ਵਿਘਨਾਂ ਨੂੰ ਕੱਟਿਓ, ਇਹਨਾਂ ਰੋਗਾਂ ਨੂੰ ਕੱਟਿਓ ਜੋ ਇਸ ਮਨ ਤੇ ਆਲਸ ਪਾ ਕੇ ਤੇਰੀ ਮਹਿਮਾ, ਤੇਰੀ ਸੰਗਤ ਤੋਂ ਮੈਨੂੰ ਦੂਰ ਲੈ ਕੇ ਜਾਂਦੇ। ਭਾਈ ਸੰਤੋਖ ਸਿੰਘ ਬਲਕਰ ਅੱਲਾ ਪਾ ਕੇ ਗੁਰੂ ਸਾਹਿਬ ਅੱਗੇ ਅਰਦਾਸ ਕਰਦੇ ਨੇ, ਮਹਾਰਾਜ ਬਿਨਾਂ ਭਾਗਾਂ ਤੋਂ ਕਥਾ ਨੂੰ ਲਿਖਿਆ, ਸੁਣਿਆ, ਗਾਇਆ ਨਹੀਂ ਜਾ ਸਕਦਾ। ਆਪ ਵਰਤਿਓ, ਆਪ ਕਿਰਪਾ ਕਰਿਓ। ਤੁਹਾਡੀ ਰਹਿਮਤ ਤੋਂ ਬਿਨਾਂ ਮੈਂ ਇੱਕ ਕਲਮ ਦਾ ਅੱਖਰ ਨਹੀਂ ਲਿਖ ਸਕਦਾ। ਤੇਰੀ ਰਹਿਮਤ ਤੋਂ ਬਿਨਾਂ ਨਾ ਸੁਣਿਆ ਜਾ ਸਕਦਾ, ਨਾ ਸੁਣਾਇਆ ਜਾ ਸਕਦਾ। ਆਪ ਕਰੋ ਕਿਰਪਾ, ਦਇਆ ਕਰੋ, ਇਹ ਮਾਣ ਬਖਸ਼ ਦਿਓ। ਵਿਗਨਾਤਮ ਰੂਪ ਅਮਾਵਸ ਕੋ, ਜਹ ਗ੍ਰੰਥ ਦੁਤੀ ਦੁਤ ਚੰਦ ਪਵੈ। ਇੱਕੋ ਹੀ ਮੰਗ ਮੰਗੀ ਹੈ, ਬਿਘਨਾਂ ਦੀ ਮੱਸਿਆ ਦੀ ਰਾਤ ਕੱਟੀ ਜਾਏ ਤੇ ਸ਼ੁਭ ਗੁਣ ਪ੍ਰੇਮ ਭਾਵਨਾ ਐਸੀ ਪੂਰਨਵਾਸ਼ੀ ਆ ਜਾਏ। ਇਹ ਗ੍ਰੰਥ ਰੂਪ ਚੰਦਰਮਾ ਹਿਰਦਿਆਂ ਵਿੱਚ ਖਿੜ ਜਾਵੇ। ਪਾਤਸ਼ਾਹ ਤੇਰੇ ਪਿਆਰ ਦੀ ਮਹਿਮਾ ਸਾਡੇ ਜੀਵਨ ਵਿੱਚੋਂ ਝਲਕਦੀ ਹੋਵੇ। ਬੜੇ ਅਦਬ ਦੇ ਨਾਲੇ ਬੇਨਤੀਆਂ ਕੀਤੀਆਂ ਨੇ ਕਵੀ ਜੀ, ਵਾਰ-ਵਾਰ ਸਾਰੀ ਕਥਾ ਦੇ ਵਿੱਚ ਅਰਜ਼ਾਂ ਕਰਦੇ ਆ। ਇਹ ਉਹਨਾਂ ਦਾ ਵਡੱਪਨ ਹੈ, ਇਹ ਨਿਮਰਤਾ ਹੈ ਉਹਨਾਂ ਦੀ। ਨਹੀਂ ਤੇ 4 ਕਿਤਾਬਾਂ ਲਿਖ ਕੇ, 4 ਅੱਖਰ ਲਿਖ ਕੇ ਬੰਦਾ ਆਪਣੇ ਆਪ ਨੂੰ ਕੁਝ ਖਾਸ ਸਮਝ ਲੈਂਦਾ। ਪਰ ਮਹਾਕਵੀ ਭਾਈ ਸੰਤੋਖ ਸਿੰਘ ਜੀ ਏਡਾ ਵੱਡਾ ਗ੍ਰੰਥ ਮਹਾਭਾਰਤ ਤੋਂ ਵੱਡਾ ਲਿਖ ਕੇ ਹਰ ਪ੍ਰਸੰਗ ਵਿੱਚ ਬੇਨਤੀ ਕਰਦੇ ਨੇ, ਸਤਿਗੁਰ ਲਾਜ ਰੱਖਿਓ, ਕਿਰਪਾ ਕਰਿਓ, ਮੈਂ ਕਿਤੇ ਡੋਲ ਨਾ ਜਾਵਾਂ। ਦੋਹਰਾ ਇਹ ਪਾਛੇ ਸ੍ਰੀ ਸਤਿਗੁਰੂ, ਕਰਬੋ ਆਪਨ ਦਰਾਵ। ਖਡੂਰ ਸਾਹਿਬ ਦੀ ਪਾਵਨ ਧਰਤੀ ਤੇ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਦੂਜੇ ਪਾਤਸ਼ਾਹ ਬੜੇ ਸੋਹਣੇ ਦਰਬਾਰ ਵਿੱਚ ਬੈਠੇ ਨੇ। ਭਾਈ ਬਾਲਾ ਜੀ ਨਿਤਾ ਪ੍ਰਤ ਹਰ ਰੋਜ਼ ਸਵੇਰ ਸ਼ਾਮ ਇਸ ਪਾਵਨ ਕਥਾ ਨੂੰ ਸੁਣਾ ਰਹੇ ਨੇ। ਬਾਬਾ ਬੁੱਢਾ ਜੀ ਪੂਰ ਬੇਅੰਤ ਗੁਰੂ ਕੇ ਸਿੱਖ ਇਸ ਕਥਾ ਨੂੰ ਸੰਗਤ ਦੇ ਸਮੇਤ ਸੁਣ ਰਹੇ ਨੇ। ਜਿਸ ਦਿਨ ਤੋਂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਪੰਡਤ ਹਰਦਿਆਲ ਜੀ ਨੂੰ ਉਪਦੇਸ਼ ਬਖਸ਼ਿਸ਼ ਕੀਤਾ, ਆਪ ਜਨੇਊ ਨਹੀਂ ਪਾਇਆ। ਕਹਿੰਦੇ ਦੁਨੀਆ ਤੋਂ ਸਤਿਗੁਰਾਂ ਨੇ ਮੁਖ ਹੀ ਮੋੜ ਲਿਆ। ਵੇਖ ਲਿਆ ਵੀ ਜੱਗ ਦੇ ਵਿੱਚ ਸਿਰਫ ਲੋਕ ਰੀਤ ਚੱਲਦੀ ਹੈ। ਜੋ ਪਹਿਲਾ ਜ਼ਮਾਨਾ ਕਰਦਾ ਹੈ ਲੋਕ ਉਹੀ ਕਰੀ ਜਾਂਦੇ, ਨਾ ਕੋਈ ਸੋਚਦਾ, ਨਾ ਕੋਈ ਸਮਝਦਾ। ਸਿਰਫ ਰਿਵਾਜਾਂ ਦੇ ਥੱਲੇ ਦੁਨੀਆ ਦਬੀ ਹੋਈ ਹੈ। ਧਰਮ ਦੇ ਵਿੱਚ ਰਵਾਇਤ ਹੈ, ਸੰਸਾਰ ਦੇ ਵਿੱਚ ਰਿਵਾਜ ਨੇ, ਟ੍ਰੈਡੀਸ਼ਨ ਚੱਲ ਰਹੇ ਆ। ਸਤਿਗੁਰ ਜਾਣਦੇ ਆ ਮੈਂ ਇਸ ਖੇਡ ਦਾ ਤਮਾਸ਼ਾ ਨਹੀਂ ਬਣਨਾ। ਕਿਉਂਕਿ ਬ੍ਰਾਹਮਣ ਆਏ, ਜਨੇਊ ਪਾਉਣ ਦੀ ਕੋਸ਼ਿਸ਼ ਕੀਤੀ ਗਈ, ਪਰ ਗੁਰੂ ਸਾਹਿਬ ਨੇ ਪ੍ਰੋਹਤ ਹਰਦਿਆਲ ਨੂੰ ਉਪਦੇਸ਼ ਬਖਸ਼ਿਸ਼ ਕੀਤਾ ਹੈ, ਖੁਸ਼ੀ ਖੁਸ਼ੀ ਚਲੇ ਗਏ। ਲੋਕਾਂ ਦੀਆਂ ਨਜ਼ਰਾਂ ਦੇ ਵਿੱਚ ਨਾਨਕ ਜੀ ਹੁਣ ਧਰਮੀ ਨਹੀਂ ਹਨ, ਕਿਉਂਕਿ ਲੋਕਾਂ ਨੂੰ ਲੱਗਦਾ ਹੈ ਵਿਸ਼ੇਸ਼ ਖਿੱਤੇ ਦੇ ਨਾਲ ਜੁੜਿਆ ਤਾਂ ਕੋਈ ਧਰਮ ਨਹੀਂ ਬਣਦਾ। ਦੁਨੀਆ ਨੂੰ ਲੱਗਦਾ ਹੈ ਕੋਈ ਪਹਿਰਾਵਾ ਪਾਇਆ ਤਾਂ ਕੋਈ ਮਨੁੱਖ ਧਰਮੀ ਹੋ ਸਕਦਾ ਹੈ। ਮਨ ਕਰਕੇ ਭਾਵੇਂ ਸ਼ੈਤਾਨ ਹੋਵੇ, ਮਨ ਕੀ ਨਹੀਂ ਦੇਖਦਾ ਕੌਣ ਹੈ? ਦੁਨੀਆ ਤੇ ਲੋਕੀ ਤੁਹਾਡੀ ਚਮੜੀ ਵੇਖਦੇ ਆ,
ਦੂਜੀ ਗੱਲ ਤੁਹਾਡੀ ਜੇਬ ਦੇਖਦੇ ਆ, ਤੀਜਾ ਤੁਹਾਡੀ ਬੋਲ ਬਾਣੀ ਵੇਖਦੇ ਆ, ਤੁਹਾਡੇ ਦਿਲ ਦੇ ਵਿੱਚ ਕੀ ਹੈ ਇਹ ਤੁਹਾਡੇ ਆਪਣੇ ਵੀ ਨਹੀਂ ਵੇਖਦੇ। ਸਤਿਗੁਰ ਸੱਚੇ ਪਾਤਸ਼ਾਹ ਨੇ ਵੇਖਿਆ ਸਾਡੇ ਪਿਤਾ ਵੀ ਰਸਮਾਂ ਕਰ ਰਹੇ ਨੇ, ਉਹ ਵੀ ਜਿਵੇਂ ਆਪ ਧਰਮੀ ਬਣੇ ਮੈਨੂੰ ਬਣਾਉਣ ਦੀ ਕੋਸ਼ਿਸ਼ ਕਰਦੇ ਰਹੇ, ਕਦੇ ਸਮਝਿਆ ਹੀ ਨਹੀਂ ਧਰਮ ਹੁੰਦਾ ਕੀ ਹੈ। ਆਪਣੇ ਚ ਕਿੰਨਿਆਂ ਨੇ ਸਮਝਿਆ ਵੀ ਧਰਮੀ ਕੀ ਹੈ, ਧਰਮ ਕੀ ਹੈ? ਕੋਈ ਨਹੀਂ। ਠੀਕ ਹੈ, ਫਲਾਣਾ ਵੀ ਉਹ ਪਾਠ ਕਰਦਾ, ਉਹਦਾ ਕੰਮ ਠੀਕ ਹੋ ਗਿਆ, ਮੈਂ ਵੀ ਕਰਦਾ। ਫਲਾਣਾ ਫਲਾਣੇ ਗੁਰਦੁਆਰੇ 5 ਵਾਰ ਮੱਸਿਆ ਨਹਾ ਕੇ ਆਇਆ ਸੀ, ਠੀਕ ਹੋ ਗਿਆ, ਅਸੀਂ ਵੀ ਚੱਲਦੇ ਹਾਂ। ਇਹ ਕੀ ਹੈ? ਰਿਵਾਜ਼, ਰਵਾਇਤਾਂ। ਰਵਾਇਤਾਂ ਉਹ ਮਹਾਨ ਹੁੰਦੀਆਂ ਨੇ ਜਿਨ੍ਹਾਂ ਰਵਾਇਤਾਂ ਦੇ ਪਿੱਛੇ ਗੁਰੂ ਲਈ ਪ੍ਰੀਤ ਹੋਵੇ, ਰੱਬ ਲਈ ਪਿਆਰ ਹੋਵੇ। ਕੇਵਲ ਆਪਣੇ ਮਤਲਬ ਦੇ ਵਾਸਤੇ ਕਮਾਇਆ ਧਰਮ ਧਰਮ ਨਹੀਂ ਹੁੰਦਾ। ਗੁਰੂ ਸਾਹਿਬ ਨੇ ਸਾਰਾ ਕੁਝ ਵੇਖ ਕੇ ਛੱਡ ਦਿੱਤਾ। ਹੁਣ ਬਹੁਤਾ ਕਿਸੇ ਨਾਲ ਨਹੀਂ ਬੋਲਦੇ, ਨਾ ਕਿਸੇ ਦੀਆਂ ਗੱਲਾਂ ਵਿੱਚ ਆਉਂਦੇ ਨੇ, ਚੁੱਪਚਾਪ ਰਹਿੰਦੇ ਨੇ। ਮਨਾ ਸਾਡਾ ਤੇ ਦਿਲ ਦਾ ਦਰਦ ਕੋਈ ਸੁਣਨ ਵਾਲਾ ਹੀ ਨਹੀਂ। ਕਿਹਨੂੰ ਸੁਣਾਵਾਂ, ਕਿਹਦੇ ਨਾਲ ਗੱਲ ਕਰਾਂ? ਸਭ ਕਹਿੰਦੇ ਆ ਜੇ ਧਰਮੀ ਹੋਏਗਾ ਸਾਡੇ ਬਰਾਬਰ ਬਹਿ ਸਕਦਾ, ਵਰਨਾ ਨਹੀਂ ਬੈਠੇਗਾ। ਹੈ ਤੇ ਦੁਨੀਆ ਚਾਹੀ ਹਾਲ ਹੈ। ਜਾਂ ਤੇ ਮਨੁੱਖ ਨੂੰ ਮਨਮੁਖ ਦਾ ਟੈਗ ਲਾਇਆ ਜਾਂਦਾ ਹੈ, ਤੂੰ ਗੁਰਦੁਆਰੇ ਨਹੀਂ ਆ ਸਕਦਾ, ਤੂੰ ਤੇ ਮਾੜਾ ਹੈ। ਤੇ ਜਾਂ ਫਿਰ ਉਹੀ ਲੋਕ ਬੈਠਣਗੇ ਧਰਮ ਦੀ ਦੁਨੀਆ ਵਿੱਚ ਜਿਹੜੇ ਵਿਸ਼ੇਸ਼ ਨੇ, ਜਿਨ੍ਹਾਂ ਨੂੰ ਕੋਈ ਨਾ ਕੋਈ ਫੀਤੀ ਲੱਗੀ ਹੋਈ ਹੈ। ਇਹੀ ਹੈ, ਕਦੇ ਕਿਸੇ ਨੇ ਕਿਸੇ ਦੀ ਬੰਦਗੀ, ਕਿਸੇ ਦੀ ਭਗਤੀ, ਕਿਸੇ ਦੀ ਇਬਾਦਤ ਵੇਖੀ? ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਸਭ ਕੁਝ ਵੇਖ ਛੱਡ ਗਏ। ਮੈਂ ਜਿੱਧਰ ਵੀ ਵੇਖਾਂ ਪਖੰਡ ਦੀ ਬੁਨਿਆਦ ਹੈ। ਮਤ ਸੁਭਾਵ ਆਨੰਦ ਮਹਿ ਕਰੇ ਨ ਕਛੁ ਲਖਾਵ। ਅੱਗੇ ਤੇ ਸਤਿਗੁਰ ਰਹਿੰਦੇ ਸੀ ਉਦਾਸ, ਹੁਣ ਉਦਾਸ ਪੁਣਾ ਵੀ ਛੱਡ ਦਿੱਤਾ, ਹੁਣ ਰਹਿੰਦੇ ਨੇ ਆਨੰਦ 'ਚ। ਆਨੰਦ ਕੀ ਹੈ? ਉਦਾਸੀ ਤੇ ਆਨੰਦ ਵਿੱਚ ਫਰਕ ਹੈ। ਆਨੰਦ ਵਿੱਚ ਇਹ ਹੈ ਕੋਈ ਕਿਸੇ ਦੇ ਘਰ ਨੂੰ ਅੱਗ ਲਾ ਦੇ ਤਾਂ ਵੀ ਗਮ ਕੋਈ ਨਹੀਂ, ਲਾ ਕੋਈ ਆਪਣੇ ਨੂੰ ਵੀ ਜਾਵੇ ਤਾਂ ਵੀ ਦੁੱਖ ਕੋਈ ਨਹੀਂ। ਫਰਕ ਨਹੀਂ ਹੈ। ਸਤਿਗੁਰਾਂ ਨੇ ਉਹ ਅਵਸਥਾ ਧਾਰਨ ਕਰ ਲਈ ਆਨੰਦ ਦੀ। ਪਿਤਾ ਜੀ ਗਾਲਾਂ ਕੱਢਣ, ਦੁਨੀਆ ਕੱਢੇ, ਕੋਈ ਫਰਕ ਨਹੀਂ ਹੈ। ਇਹਨੂੰ ਆਨੰਦ ਕਹਿੰਦੇ ਨੇ। ਇਹ ਮਿਲਦਾ ਪੂਰੇ ਸਤਿਗੁਰ ਦੇ ਕੋਲੋਂ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਜੱਗ ਦੀ ਛੱਡ ਦਿੱਤੀ ਪਰਵਾਹ। ਰਿਸ਼ਤੇਦਾਰ ਕੀ ਕਹਿੰਦੇ ਨੇ, ਨਾਤੀ ਗੋਤੀ ਸੰਬੰਧੀ। ਧਰਮੀ ਲੋਕ ਮੇਰੇ ਬਾਰੇ ਕਿਹੋ ਜਿਹੀ ਸੋਚ ਰੱਖਦੇ ਨੇ, ਸੁਪਨੇ ਵਿੱਚ ਵੀ ਸੋਚਣਾ ਛੱਡ ਦਿੱਤਾ। ਆਖੋ ਸਤਿਨਾਮ। ਉਹ ਆਨੰਦ ਹੈ। ਆਨੰਦ ਦੀਆਂ ਗੱਲਾਂ ਮੇਰੇ ਵਰਗੇ ਸਾਰੇ ਕਰਦੇ ਆ, ਪਰ ਜਦੋਂ ਗੱਲ ਆਪਣੇ ਤੇ ਆ ਜਾਏ ਉਦੋਂ ਬਹੁਤ ਔਖਾ ਹੋ ਜਾਂਦਾ ਹੈ। ਨੀਂਦ ਨਹੀਂ ਰਾਤ ਨੂੰ ਆਉਂਦੀ। ਗੁਰੂ ਸਾਹਿਬ ਚੁੱਪ ਰਹਿੰਦੇ ਆ, ਕੋਈ ਬੁਲਾ ਲੈਂਦਾ ਜਵਾਬ ਦੇ ਦਿੰਦੇ ਆ ਕਿ ਤੂੰ ਵੀ ਕੁਛ ਨਹੀਂ ਹੈ। ਸੁਪਨੇ ਵਿੱਚ ਵੀ, ਖਿਆਲਾਂ ਦੇ ਵਿੱਚ ਵੀ ਕੋਈ ਖਿਆਲ ਕਰਦੇ ਨਹੀਂ। ਪਈ ਉਦਾਸੀਨ ਬ੍ਰਿਤ ਰਹਿ ਅਰੂੜਾ ਜਾਂ ਤੇ ਲਖ ਨ ਸਕੈ ਨਰ ਮੁੜਾ। ਗੁਰੂ ਸਾਹਿਬ ਨੇ ਚਾਦਰ ਰੱਖਣੀ ਮੋਢੇ ਤੇ, ਕਿਤੇ ਪਿੰਡੋਂ ਬਾਹਰ ਜਾ ਕੇ ਆਰਾਮ ਕਰ ਲੈਣਾ। ਹੁਣ ਸਮੇਂ ਨਾਲ ਘਰ ਆ ਜਾਂਦੇ ਆ, ਜਾਂ ਫਿਰ ਸਾਰਾ ਦਿਨ ਬਾਹਰ ਵਿਹੜੇ ਦੀ ਮੰਜੀ ਤੇ ਪਏ ਰਹਿਣਾ। ਲੋਕਾਂ ਦੇ ਕੋਲੋਂ ਲੰਘ ਜਾਣਾ, ਨਾ ਕੋਈ ਰਾਮ ਰਾਮ, ਨਾ ਕੋਈ ਸਤਿ ਸ੍ਰੀ ਅਕਾਲ। ਇਹ ਕੀ ਹੈ? ਇਹ ਆਪਣਾ ਆਨੰਦ ਹੈ। ਅੱਧੇ ਤੇ ਮੇਰੇ ਵਰਗਿਆਂ ਦੀ ਜ਼ਿੰਦਗੀ ਬਸ ਸਤਿ ਸ੍ਰੀ ਅਕਾਲ ਬੁਲਾਉਂਦੇ ਲੰਘ ਜਾਂਦੀ ਹੈ। ਜਿਹੜਾ ਘਰ ਦੇ ਵਿੱਚ ਸਭ ਤੋਂ ਛੋਟਾ ਹੋਵੇ ਨਾ, ਉਹਦੇ ਸਿਰ 2 ਜ਼ਿੰਮੇਵਾਰੀਆਂ ਨੇ। ਇੱਕ ਤੇ ਫਰਿੱਜ ਦੇ ਪਾਣੀ ਦੀਆਂ ਬੋਤਲਾਂ ਖਾਲੀ ਹੋਣੀਆਂ ਚਾਹੀਦੀਆਂ, ਉਹ ਭਰੀ ਜਾਂਦਾ ਸਰ। ਦੂਜਾ ਜਿਹੜਾ ਵੀ ਘਰੇ ਆ ਗਿਆ ਬਸ ਭੱਜ ਕੇ ਅੱਗਾ ਪਿੱਛਾ ਨਹੀਂ ਵੇਖਣਾ, ਪੈਰੀ ਹੱਥ ਲਾਓ, ਆਖੋ ਸਤਿਨਾਮ, ਸਤਿ ਸ੍ਰੀ ਅਕਾਲ। ਜ਼ਿੰਦਗੀ ਲੰਘ ਜਾਂਦੀ ਨਾ। ਪਰ ਰੱਬ ਦੇ ਪਿਆਰੇ ਬੰਦਗੀ ਵਾਲੇ ਉਹ ਉੱਠ ਜਾਂਦੇ। ਬੁਲਾਤਾ ਠੀਕ ਹੈ, ਸਾਹਮਣੇ ਆ ਗਿਆ ਠੀਕ ਹੈ, ਨਹੀਂ ਕੋਈ ਫਰਕ ਨਹੀਂ ਹੈ, ਕੋਈ ਪਰਵਾਹ ਨਹੀਂ। ਪਰਵਾਹ ਉਹ ਕਰੇਗਾ ਜਿਹਨੂੰ ਲੱਗਦਾ ਇਹਨੂੰ ਅੱਜ ਨਹੀਂ ਬੁਲਾਇਆ ਕੱਲ ਮੂੰਹ ਬਣਾਏਗਾ, ਮੇਰੇ ਬਾਰੇ ਕੁਝ ਬੋਲੇਗਾ, ਮੈਂ ਬੁਲਾ ਲੈਂਦਾ। ਦਿਲ ਤੇ ਪੱਥਰ ਨਾ। ਕਹਿੰਦੇ ਗੁਰੂ ਸਾਹਿਬ ਦੇ ਕੋਲੋਂ ਜਾਣ ਪਛਾਣ, ਮਿੱਤਰ ਦੋਸਤ, ਸਾਥ ਸੰਬੰਧੀ, ਰਿਸ਼ਤੇਦਾਰ ਲੰਘ ਜਾਂਦੇ ਆ। ਸਤਿਗੁਰ ਨਹੀਂ ਬੁਲਾਉਂਦੇ ਸੀ। ਨਾ ਹੁਣ ਪਿਤਾ ਨੂੰ ਫਤਿਹ ਬੁਲਾਉਣ, ਨਾ ਪੈਰੀ ਹੱਥ ਲਾਉਣ, ਨਾ ਮਾਤਾ ਨੂੰ ਸਤਿ ਸ੍ਰੀ ਅਕਾਲ, ਕੁਛ ਵੀ ਨਹੀਂ ਹੈ। ਪੈਰੀ ਪੈਣਾ ਕਿਹੜੇ ਬੰਦ ਕਰਤਾ। ਆਪਣੇ ਆਨੰਦ 'ਚ ਰਹਿੰਦੇ ਨੇ। ਕੋਈ ਕੋਲੋਂ ਖੜੇ ਲੋਕ ਗੱਲਾਂ ਕਰ ਜਾਂਦੇ ਨੇ, ਕਹਿੰਦੇ ਝੱਲਾ ਹੋਇਆ ਫਿਰਦਾ ਦੇਖ ਲਾ। ਪਰਤ ਕੇ ਪਿੱਛੇ ਮੁੜ ਕੇ ਨਹੀਂ ਵੇਖਦੇ ਲੋਕ ਮੇਰੇ ਬਾਰੇ ਕੀ ਕਹਿੰਦੇ ਆ। ਐਡਾ ਵੱਡਾ ਸੰਜਮ ਬਹੁਤ ਔਖਾ ਰੱਖਣਾ।
ਇਹ ਗੁਰੂ ਸਾਹਿਬ ਹੀ ਰੱਖ ਸਕਦੇ ਆ ਜਾਂ ਰੱਬ ਦੇ ਪਿਆਰੇ ਆਪਾਂ ਕਹਿ ਦਿੰਦੇ ਆ ਨਾ ਮੈਨੂੰ ਕਿਸੇ ਦੀਆਂ ਗੱਲਾਂ ਦਾ ਕੋਈ ਫਰਕ ਨਹੀਂ ਪੈਂਦਾ। ਜਿਹੜਾ ਬੰਦਾ ਇਹ ਗੱਲਾਂ ਕਹਿੰਦਾ ਨਾ ਉਹਦੇ ਕਰੀਬ ਹੋ ਕੇ ਵੇਖਿਓ ਸਭ ਤੋਂ ਜ਼ਿਆਦਾ ਫਰਕ ਪੈਂਦਾ ਹੀ ਉਹਨੂੰ ਹੈ। ਉਹ ਵਿਰਲੇ ਨੇ ਕਿਉਂਕਿ ਲੋਕਾਂ ਦੇ ਪੈਰਾਮੀਟਰ ਨੇ। ਜਦ ਕੋਈ ਇਹੋ ਜਿਹੇ ਤਰੀਕੇ ਦੀ ਗੱਲ ਕਰੇਗਾ ਜਿਹ 'ਚ ਮੈਨੂੰ ਫਾਇਦਾ ਨਹੀਂ ਉਹ 'ਚ ਮੈਨੂੰ ਫਰਕ ਨਹੀਂ ਪੈਂਦਾ। ਜਿੱਥੇ ਮੈਨੂੰ ਘਾਟਾ ਪੈਂਦਾ ਮੈਨੂੰ ਫਰਕ ਪੈਂਦਾ ਹੈ। ਸਾਡੀਆਂ ਸੋਚਾਂ ਕਿਤਾਬੀ ਨੇ। ਗੁਰੂ ਸਾਹਿਬ ਨੂੰ ਫਰਕ ਕੋਈ ਨਹੀਂ। ਕਹਿੰਦੇ ਲੋਕ ਸਿਫਤ ਵੀ ਕਰਦੇ ਆ ਨਿੰਦਿਆ ਵੀ ਕਰਦੇ ਆ। ਨਾਨਕ ਜੀ ਨੇ ਆਪਣੀ ਚਾਦਰ ਨਾਲ ਯਾਰੀ ਲਾਈ ਕਿਸੇ ਨਾਲ ਕੋਈ ਮਤਲਬ ਨਹੀਂ। ਘਰੋਂ ਬਾਹਰ ਰਹਿੰਦੇ ਨੇ ਚਿੱਤ ਕਰਦਾ ਘਰੇ ਆ ਜਾਂਦੇ ਨੇ। ਕਿਸੇ ਨੇ ਕੁਝ ਛਕਾ ਦਿੱਤਾ ਛਕ ਲੈਂਦੇ ਨੇ। ਹਾਲ ਚਾਲ ਪੁੱਛ ਲਿਆ ਕਈ ਵਾਰ ਨਹੀਂ ਵੀ ਬੋਲਦੇ ਕਈ ਵਾਰ ਜਵਾਬ ਦੇ ਦਿੰਦੇ ਹਨ। ਹਿਰਨ ਹੋਤ ਨਾ ਖੋਲਹਿ ਨੈਣਾ ਚੰਚਲ ਧਰ ਨਾ ਕਰ ਹਿਤ ਬਿਨਾ। ਘਰੇ ਕੋਈ ਆ ਜੇ ਵਿਹੜੇ ਦੇ ਵਿੱਚ ਅੱਖਾਂ ਹੀ ਨਹੀਂ ਖੋਲਦੇ। ਇਗਨੋਰ ਅਨਡਿਟ। ਬਾਹਰ ਕਿਤੇ ਬੈਠੇ ਆ ਕਿਸੇ ਖੇਤ ਦੀ ਵੱਟ ਤੇ ਬੈਠੇ ਆ ਕਿਸੇ ਗਲੀ ਰਾਹ ਤੇ ਬੈਠੇ ਆ ਨੇਤਰ ਬੰਦ ਰੱਖਦੇ ਹੱਥ ਜੋੜ ਕੇ ਬੈਠੇ ਰਹਿੰਦੇ ਆ। ਕੌਣ ਲੰਘਿਆ ਕੌਣ ਨਹੀਂ ਲੰਘਿਆ ਇਹਨਾਂ ਚੀਜ਼ਾਂ ਦਾ ਫਰਕ ਹੀ ਨਹੀਂ ਪੈਂਦਾ। ਇਹ ਬੜੀ ਵੱਡੀ ਅਵਸਥਾ ਹੈ। ਇਹ 'ਚ ਆਨੰਦ ਬੜਾ ਹੈ। ਸਾਨੂੰ ਤੇ ਫਰਕ ਹਰ ਚੀਜ਼ ਦਾ ਪੈਂਦਾ। ਇਸ ਤੇ ਗੁਰਦੁਆਰੇ ਬਹਿ ਕੇ ਕਿਤੇ ਕਥਾ ਕੀਰਤਨ ਸੁਣੀਏ ਸਾਡੇ ਨਾਲ ਕੌਣ ਬੈਠਾ ਸੁੱਤਾ ਤੇ ਨਹੀਂ ਸਾਨੂੰ ਉਹ ਵੀ ਫਰਕ ਹੈ। ਕਿਹਨੇ ਮੱਥਾ ਟੇਕਿਆ ਕਿੰਨੇ ਗੇੜੇ ਲਾਏ ਕਿੱਧਰ ਨੂੰ ਗਿਆ ਇਹ ਵੀ ਫਰਕ ਹੈ। ਕਾਂਚੋ ਵੀ ਜੀਵਨ ਆ ਨਾ ਸਾਡਾ। ਗੁਰੂ ਨਾਨਕ ਸਾਹਿਬ ਵਾਲੇ ਨੂੰ ਕੋਈ ਫਰਕ ਨਹੀਂ ਹੈ। ਜਾਂਦੇ ਜਾਂਦੇ ਕਈ ਇਹ ਕਹਿ ਦਿੰਦੇ ਉਹ ਵੇਲੜਾ ਕੰਮ ਕਰ ਲਿਆ। ਅੱਖ ਖੋਲ ਕੇ ਨਹੀਂ ਵੇਖਣਾ ਵਾਦਗੀ ਦੀ ਹੈ। ਜੇ ਅੱਖਾਂ ਨਹੀਂ ਖੋਲੀਆਂ ਤੇ ਇਹ ਵੀ ਨਹੀਂ ਸੋਚਣਾ ਵੀ ਬੋਲਣ ਵਾਲਾ ਆਪਣਾ ਜਾਂ ਗੈਰ ਹੈ। ਕਹਿ ਕਿਵੇਂ ਗਿਆ ਮਨ ਉਸ ਪਾਸੇ ਨਹੀਂ ਜਾ ਰਿਹਾ। ਇੰਨਾ ਕਾਬੂ ਆਪਣੇ ਆਪ ਤੇ ਹੈ। ਅਸੀਂ ਅੱਖਾਂ ਤੋਂ ਕਿਸੇ ਨੂੰ ਨਹੀਂ ਵੇਖਾਂਗੇ ਅੱਖਾਂ ਚੁਰਾ ਲਵਾਂਗੇ ਕੰਨ ਸਾਡੇ ਐਕਟੀਵੇਟ ਰਹਿੰਦੇ ਆ। ਮੇਰੀ ਗੱਲ ਨਹੀਂ ਕਰਦਾ ਸਾਡੇ ਬਾਰੇ ਤਾਂ ਨਹੀਂ ਗੱਲ ਕਰਦਾ ਸਾਡੇ ਪਰਿਵਾਰ ਬਾਰੇ ਤਾਂ ਨਹੀਂ ਬੋਲਦਾ ਧਿਆਨ ਤੇ ਉੱਧਰ ਹੀ ਹੈ ਨਾ ਸੁਣਦਾ। ਪਰ ਗੁਰੂ ਸਾਹਿਬ ਨੂੰ ਕਹਿੰਦੇ ਲੋਕ ਮੰਦਾ ਚੰਗਾ ਬੋਲਣ ਲੱਗ ਗਏ। ਜਵਾਕ ਬੱਚੇ ਬਾਲਕ ਉਹ ਵੀ ਹੁਣ ਟੀਚਰਾਂ ਕਰਦੇ ਨੇ। ਸਹਿਜ ਸੁਭਾਇਕ ਕਿਰਿਆ ਰਖੀ ਕੇ ਹੋਏ ਤਾਂ ਹੋਏ ਨਤ ਥਿਰ ਬਿਦਨੀਕੇ। ਬਸ ਆਪਣੇ ਸਰੀਰ ਦੀ ਕਿਰਿਆ ਕਰ ਰਹੇ ਨੇ। ਨਾਸਤਾ ਤੋਂ ਸਵਾਸ ਅੱਖਾਂ ਨਾਲ ਵੇਖ ਲੈਂਦੇ ਨੇ। ਕਹਿੰਦੇ ਦਿਮਾਗ ਤੇ ਬੋਝ ਪਾਉਣਾ ਬੰਦ ਕਰਤਾ। ਲੋੜ ਹਰ ਬੰਦੇ ਦੇ ਦਿਲ ਦਿਮਾਗ ਤੇ ਭਜਨ ਹੈ। ਕਿਸੇ ਤੇ ਕੋਈ ਹੈ ਕਿਸੇ ਤੇ ਕੋਈ ਹੈ ਭਜਨ ਫਰੀ ਹੈ ਕੋਈ। ਜੱਟੀਆਂ ਬਾਜੀ ਕੋਈ ਗੱਲਾਂ ਕਰੀ ਜਾਂਦਾ ਮੇਰੇ ਵਰਗਾ ਆ ਨਹੀਂ ਹੋਣਾ ਚਾਹੀਦਾ ਉਹ ਨਹੀਂ ਹੋਣਾ ਚਾਹੀਦਾ। ਹਰ ਵੇਲੇ ਲੋੜ ਪਿਆ ਹੋਇਆ ਹੈ। ਜਿਸ ਬ੍ਰੇਨ ਤੇ ਦਿਮਾਗ ਤੇ ਮਨ ਤੇ ਮਾਈਂਡ ਤੇ ਇੰਨਾ ਭਜਨ ਹੈ ਦੱਸੋ ਭਗਤੀ ਕਿਵੇਂ ਕਰੂਗਾ। ਭਗਤੀ ਲਈ ਤੇ ਮਨ ਫਰੀ ਮਾਈਂਡ ਹੋਣਾ ਚਾਹੀਦਾ ਉਹ ਹੁੰਦਾ ਹੀ ਨਹੀਂ। ਗੁਰਦਾ ਸਾਹਿਬ ਵੀ ਫੜੀ ਉਦੋਂ ਵੀ ਖਿਆਲ ਉਹ ਆ ਜਾਂਦੇ ਜਿਹੜੇ ਕਦੇ ਸੁਪਨੇ 'ਚ ਵੀ ਸੋਚੇ ਨਹੀਂ ਹੁੰਦੇ। ਉਹ ਗੱਲਾਂ ਯਾਦ ਆਉਂਦੀਆਂ ਪਾਠ ਕਰਦੇ ਹੋਏ। ਲੋਕਾਂ ਦੇ ਖਿਆਲ ਆਉਂਦੇ ਉਸ ਵੇਲੇ ਜਿਨ੍ਹਾਂ ਨੂੰ ਕਦੇ ਅਸੀਂ ਸੁਪਨੇ ਵਿੱਚ ਵੀ ਨਹੀਂ ਮਿਲੇ ਹੁੰਦੇ। ਉਹ ਚੀਜ਼ਾਂ ਚੇਤੇ ਆਉਂਦੀਆਂ। ਕਿੰਨਾ ਲੋੜਾ ਦਿਮਾਗ ਤੇ ਮਨ ਕਿੰਨੀ ਮੈਲ 'ਚ ਫਸਿਆ ਕਿੰਨੇ ਚਿੱਕੜ 'ਚ ਫਸਿਆ ਹੋਇਆ ਹੈ। ਕਹਿੰਦੇ ਗੁਰੂ ਸਾਹਿਬ ਆਨੰਦ 'ਚ ਹੀ ਰਹਿੰਦੇ ਨੇ। ਕੋਈ ਜਾਂਦਾ ਜਾਂਦਾ ਪਾਣੀ ਪਿਲਾ ਗਿਆ ਠੀਕ ਹੈ ਪਿਆਸ ਲੱਗੀ ਮਿਲ ਗਿਆ ਪਾਣੀ ਠੀਕ ਹੈ ਕੋਈ ਮਤਲਬ ਨਹੀਂ। ਇੰਨਾ ਨਹੀਂ ਕਲਪਨਾ ਵੀ ਪਾਣੀ ਨਹੀਂ ਮਿਲਿਆ ਰੋਟੀ ਨਹੀਂ ਮਿਲੀ। ਆਨੰਦ ਹੀ ਆਨੰਦ। ਕਦੇ ਚੌਪਹਿਰਾਂ ਦੀ ਰੋਟੀ ਇੱਕ ਟਾਈਮ ਖਾ ਲਈ ਕਈ ਵਾਰ 3 ਵਾਰ ਵੀ ਛਕ ਲੈਂਦੇ ਨੇ। ਕਈ ਵਾਰ ਭੋਜਨ ਮਿਲਦਾ ਨਹੀਂ। ਅੰਤਰਮੁਖੀ ਬ੍ਰਿਤ ਦਿਨ ਰਹਿਣਾ ਕਰ ਰਾਖੀ ਸ੍ਰੀ ਪੰਕਜ ਨੈਣਾ। ਕਹਿੰਦੇ ਆਪ ਗੁਰੂ ਸਾਹਿਬ ਜਦੋਂ ਘਰੇ ਵੀ ਬੈਠੇ ਰਹਿੰਦੇ ਆ ਅੰਤਰਮੁਖੀ ਹੋ ਗਏ। ਦੋ ਤਰ੍ਹਾਂ ਦੀ ਅਵਸਥਾ ਇੱਕ ਬਾਹਰ ਮੁਖੀ ਦੁਨੀਆ ਦੀ ਅਵਸਥਾ ਸਾਡੀ ਬਾਹਰ ਮੁਖੀ ਅਸੀਂ ਬਾਹਰ ਹੀ ਦੇਖਦੇ ਹਾਂ ਸਾਰਾ ਕੁਝ। ਅੰਤਰਮੁਖੀ ਕੌਣ ਨੇ ਜਿਹੜੇ ਕਿਤੇ ਬਾਹਰ ਦੇਖ ਕੇ ਵੀ ਇਹ ਸੋਚਦੇ ਨੇ ਤੂੰ ਕਿੱਥੇ ਖੜਿਆ ਤੂੰ ਆ ਮਨਾ ਜਿਹੜੀਆਂ ਗੱਲਾਂ ਕਰਦਾ ਤੇਰੇ ਕੰਮ ਆਉਣਗੀਆਂ। ਜਿਹੜੀਆਂ ਚੀਜ਼ਾਂ ਪਿੱਛੇ ਤੂੰ ਆਪਣੇ ਸਵਾਸ ਖਰਚ ਕਰਦਾ ਫਿਰਦਾ ਤੇਰੇ ਕੰਮ ਆਉਣਗੇ। ਇਹ ਅੰਤਰਮੁਖੀ ਵਿਅਕਤੀ ਆਪਣੇ ਆਪ ਨਾਲ ਗੱਲਾਂ ਕਰਨੀਆਂ ਆਪਣੇ ਹਿਰਦੇ ਦੇ ਨਾਲ ਬੋਲਣਾ। ਗੁਰੂ ਨਾਨਕ ਸਾਹਿਬ ਮਹਾਰਾਜ ਅੰਦਰੋਂ ਤੇ ਬੋਲਦੇ ਰਹਿੰਦੇ ਮਨ ਆਪਣੇ ਨਾਲ। ਮਨਾ ਕੀ ਚੰਗਾ ਕੀ ਨਹੀਂ ਚੰਗਾ ਕੀ ਕਰਨਾ ਕੀ ਨਹੀਂ ਕਰਨਾ। ਪਰ ਬਾਹਰੋਂ ਲੋਕੀ ਕਹਿੰਦੇ ਗੁੰਮਸੁੰਮ ਹੋ ਗਿਆ। ਕਹਿੰਦੇ ਪੰਡਤਾਂ ਦੀ ਹਾਲ ਲੱਗੀ ਆਖੋ ਸਤਿਨਾਮ। ਇਹਨੇ ਨਰਾਦਰ ਕੀਤਾ ਸੀ ਪੰਡਤਾਂ ਦਾ। ਗੱਲ ਨਹੀਂ ਮੰਨੀ ਪੰਡਤ ਹਰਦਿਆਲ ਦੀ। ਕੋਈ 101 ਬ੍ਰਾਹਮਣ ਘਰੇ ਆਇਆ ਸੀ ਪਿਤਾ ਦੀ ਇੱਜ਼ਤ ਨਹੀਂ ਰੱਖੀ। ਕਹਿੰਦੇ ਹੁਣ ਇਹਦੇ ਤੇ ਲੋੜ ਪੈ ਗਿਆ। ਦੁਨੀਆ ਦੀਆਂ ਗੱਲਾਂ ਨੇ ਜ਼ਮਾਨੇ ਦੀਆਂ ਪਰ ਕਦੇ ਮਨ 'ਚ ਸਫਾਈ ਦੇਣ ਵਾਸਤੇ ਨਹੀਂ ਗਏ। ਮੈਨੂੰ ਫਰਕ ਪਿਆ ਕਿ ਨਹੀਂ ਪਿਆ ਇਹੀ ਤੇ ਆਨੰਦ ਹੈ।
ਕੌਣ ਤੁਹਾਡੇ ਬਾਰੇ ਕੀ ਕਹਿੰਦਾ ਹੈ, ਕੋਈ ਤੁਹਾਡੇ ਬਾਰੇ ਕੀ ਸੋਚਦਾ ਹੈ। ਜਿਸ ਦਿਨ ਇਹ ਚੀਜ਼ਾਂ ਦਾ ਜ਼ੋਰ ਤੁਹਾਡੇ ਦਿਮਾਗ ਤੇ ਪੈਣੋਂ ਹਟ ਗਿਆ ਨਾ, ਸਮਝੋ ਤੁਸੀਂ ਆਪਣੇ ਜੀਵਨ ਵਿੱਚ ਮੁਕਤ ਹੋ ਗਏ ਹੋ। ਅਜੇ ਤੇ ਆ ਚੀਜ਼ਾਂ ਨਹੀਂ ਸਾਨੂੰ ਸੁਣਾਉਣ ਦਿੰਦੀਆਂ। ਕੌਣ ਕੀ ਕਹੇਗਾ, ਉਹਦੀ ਮੈਂ ਗੱਲ ਨਾ ਮੰਨੀ, ਉਹ ਮੇਰੇ ਬਾਰੇ ਕੀ ਸੋਚੇਗਾ। ਜਿਹਦੇ ਸੋਚਣਾ ਸੋਚੇ। ਦੁਨੀਆ ਦੇ ਨੌਕਰ ਬਣ ਕੇ ਥੋੜਾ ਆਏ, ਆਪਣੇ ਆਪ ਲਈ ਜਿਉਣ ਆਏ, ਭਗਤੀ ਕਰਨ ਆਏ, ਜੀਵਨ ਲਈ ਸਮਾਂ ਕੱਢਣ ਆਏ ਆ। ਕਹਿੰਦੇ ਗੁਰੂ ਸਾਹਿਬ ਦੀ ਜਿੰਨੀ ਲੋਕ ਨਿੰਦਿਆ ਕਰ ਸਕਦੇ ਸੀ ਉਨੀ ਕਰਦੇ, ਜਿੰਨੀ ਪਹਿਲਾਂ ਉਸਤਤ ਹੁੰਦੀ ਸੀ। ਕਹਿੰਦੇ ਵੇਖੋ ਕਿੰਨੀ ਸੋਹਣੀ ਫਾਰਸੀ ਪੜ੍ਹਦੇ ਆ, ਕਿਹਨੂੰ ਕਿਹਨੂੰ ਉਪਦੇਸ਼ ਦਿੱਤਾ, ਨਾਨਕ ਜੀ ਕਿੰਨੀਆਂ ਸੋਹਣੀਆਂ ਗੱਲਾਂ ਕਰਦੇ ਆ, ਲੋਕ ਵੇਖਣ ਆਉਂਦੇ ਸੀ, ਗੱਲਾਂ ਸੁਣਨ ਆਉਂਦੇ, ਕਦੇ ਸੱਤ ਸਲੋਕੀ ਗੀਤਾ ਪੜ੍ਹਦੀ। ਉਹੀ ਲੋਕ ਉਸੇ ਮੂੰਹ ਦੇ ਨਾਲ ਹੁਣ ਮਾੜਾ ਬੋਲਦੇ ਨੇ। ਜਗਤ ਅਸਾਰ ਖੇਲ ਜਿਵ ਸਿਸਕੀ, ਅਸਲਖ ਕਰਹਿ ਨਾ ਕਾਂਖਾ ਕਿਸਕੀ। ਕੋਈ ਇੱਛਾ ਕਿਸੇ ਤੋਂ ਨਹੀਂ ਰੱਖਦੇ, ਨਾ ਕਿਸੇ ਤੋਂ ਉਮੀਦ ਰੱਖਦੇ ਨੇ। ਜੇ ਕੋਈ ਸਾਧੂ ਮਹਾਤਮਾ ਲੰਘਦਾ ਬਹਿੰਦਾ ਮਿਲ ਜਾਂਦਾ, ਉਹਦੇ ਨਾਲ ਗੱਲਾਂ ਕਰ ਲੈਂਦੇ। ਲੋਕ ਜਾਂਦੇ ਪਤਾ ਕੀ ਕਹਿੰਦੇ, ਕਹਿੰਦੇ ਪਟਵਾਰੀ ਦੇ ਮੁੰਡੇ ਦੀ ਆਹੀ ਕਸਰ ਸੀ, ਝੱਲਾ ਹੋਇਆ ਫਿਰਦਾ ਝੱਲਾ। ਇਹਨੂੰ ਸਮਝ ਨਹੀਂ ਆਉਣਾ ਕੁਛ, ਕੱਲ ਤੱਕ ਇਹ ਗਿਆਨ ਦੀਆਂ ਗੱਲਾਂ ਕਰਦਾ ਸੀ, ਦੇਖ ਲਓ ਅੱਜ ਕਿਹੜੇ ਰਾਹ ਤੁਰਿਆ ਫਿਰਦਾ ਹੈ। ਇਹ ਨਹੀਂ ਕੁਛ ਕਰ ਸਕਦਾ। ਬੜੇ ਤਾਨੇ ਮਾਰੇ ਜ਼ਮਾਨੇ, ਬਹੁਤ ਕੁਝ ਬੋਲਿਆ, ਪਰ ਗੁਰੂ ਸਾਹਿਬ ਜਾਣਦੇ ਸੀ ਇਹ ਖੇਡ ਤਮਾਸ਼ਾ ਹੈ। ਜਿਹੜੀ ਜ਼ੁਬਾਨ ਕੱਲ ਤੱਕ ਕਹਿੰਦੀ ਸੀ ਨਾਨਕ ਵਰਗਾ ਕੋਈ ਨਹੀਂ, ਉਹੀ ਜ਼ੁਬਾਨ ਕਹਿੰਦੀ ਹੈ ਇਹ ਤੇ ਝੱਲਾ ਹੋਇਆ ਫਿਰਦਾ ਹੈ, ਇਹ ਬਾਵਰਾ ਹੋ ਗਿਆ। ਨਾ ਦੁਨੀਆ ਦੀਆਂ ਗੱਲਾਂ ਦਿਲ ਤੇ ਲਾਇਆ ਕਰੋ। ਜਿੰਨੀਆਂ ਸਿਫਤਾਂ ਸੁਣ ਕੇ ਖੁਸ਼ ਹੋਗੇ ਨਾ, ਫਿਰ ਉਹੀ ਜ਼ੁਬਾਨ ਕਹੇਗੀ ਮਾੜਾ ਹੈ। ਇਹ ਤੇ ਜ਼ਮਾਨਾ ਹੈ। ਜਿਹੜੇ ਅੱਜ ਤੁਹਾਡੇ ਲਈ ਜਾਨ ਵਾਰਦੇ, ਕੱਲ ਜਾਨ ਦੇ ਦੁਸ਼ਮਣ ਬਣ ਜਾਣਗੇ। ਕਿਸੇ ਤੇ ਕੋਈ ਐਤਬਾਰ ਨਹੀਂ ਹੈ, ਕਿਉਂਕਿ ਮਨੁੱਖ ਤੇ ਆਪਣੇ ਸਰੀਰ ਦਾ ਤੇ ਆਪਣੇ ਰੱਬ ਦਾ ਨਹੀਂ ਹੋਇਆ, ਤੇ ਬੰਦਿਆ ਤੇਰਾ ਕਿੱਥੋਂ ਹੋ ਜਾਊਗਾ। ਤੂੰ ਤੇ ਉਮੀਦਾਂ ਲਾਈ ਫਿਰਦਾ ਵੀ ਮੇਰਾ ਉਹ ਵੀ ਮੇਰਾ, ਮੇਰੇ ਲਈ ਚੰਗਾ ਸੋਚਦੇ। ਕੋਈ ਕਿਸੇ ਦਾ ਚੰਗਾ ਨਹੀਂ ਸੋਚਦਾ। ਇੱਥੇ ਇਹ ਭੁਲੇਖਾ ਕਰਦੇ। ਹਰ ਬੰਦਾ ਹਰ ਇੱਕ ਨਾਲ ਜੁੜ ਕੇ ਸਿਰਫ ਆਪਣਾ ਫਾਇਦਾ ਹੀ ਲੋਚਦਾ। ਆਖੋ ਸਤਿਨਾਮ ਕੌਣਾ ਸੱਚ ਹੈ। ਦੁਨੀਆ ਹੈ। ਗੁਰੂ ਸਾਹਿਬ ਜਾਣਦੇ ਸੀ ਮੈਂ ਇਹਨਾਂ ਤੋਂ ਕੀ ਲੈਣਾ ਹੈ। ਆ ਜਿੰਨੇ ਮੇਰੇ ਨਾਲ ਨਾਤੀ ਸੰਬੰਧੀ ਜੁੜੇ ਹੋਏ ਆ, ਸਭ ਆਪਣੇ ਭਲੇ ਲਈ, ਆਪਣੇ ਮਤਲਬ ਲਈ ਜੁੜੇ ਆ। ਅੱਜ ਨਾਨਕ ਜੀ ਕਿਸੇ ਦੀ ਸਿਫਤ ਨਹੀਂ ਕਰਦੇ, ਕਿਸੇ ਨਾਲ ਖੇਡਦੇ ਨਹੀਂ, ਕਿਸੇ ਕੋਲ ਬਹਿੰਦੇ ਨਹੀਂ। ਉਹੀ ਜ਼ੁਬਾਨਾਂ, ਉਹੀ ਬੋਲੀਆਂ ਹੁਣ ਬਦਲ ਗਈਆਂ ਨੇ। ਨਰ ਨਾਰੀ ਭਾਖੈ ਅਸਰੀਤੇ, ਕਾਲੋ ਸੁਤ ਕੀ ਮਤ ਵਿਪਰੀਤੇ। ਕਹਿੰਦੇ ਲੋਕ ਪਿਤਾ ਦਾ ਨਾਂ ਲੈ ਕੇ ਤਾਨੇ ਮਾਰਨ ਲੱਗ ਗਏ। ਜਿੱਥੇ ਚਾਰ ਬਜ਼ੁਰਗ ਬੈਠੇ ਪਹਿਲਾਂ ਤੇ ਕਰਦੇ ਸੀ ਸਿਫਤਾਂ, ਹੁਣ ਪਤਾ ਕੀ ਕਹਿੰਦੇ ਆ, ਕਹਿੰਦੇ ਕਾਲੂ ਦਾ ਪੋਤਾ ਨਾ ਜਿਹੜਾ ਮੁੰਡਾ, ਇਹ ਸਿੱਧਰਾ ਹੋ ਗਿਆ। ਸਿੱਧਰਾ ਸਮਝਦੇ ਹੋ ਕਿਹਨੂੰ ਕਹਿੰਦੇ? ਜਿਹਨੂੰ ਆਪਾਂ ਝੱਲਾ ਕਹਿ ਦਿੰਦੇ ਵੀ ਇਹਨੂੰ ਦੁਨੀਆਦਾਰੀ ਦਾ ਨਹੀਂ ਪਤਾ। ਕਹਿੰਦੇ ਵੇਖ ਲਓ ਪਿਤਾ ਦੇ ਆਖੇ ਨਹੀਂ ਸੀ ਲੱਗਦਾ, ਬਾਪੂ ਦੇ ਦਾ ਬੜੀ ਦੇਰ ਦਾ ਪਛਾਣ ਗਿਆ ਸੀ, ਇਹ ਤੇ ਝੱਲਾ ਹੋਇਆ ਫਿਰਦਾ, ਇਹਨੂੰ ਬੋਲਣ ਦਾ ਨਹੀਂ ਪਤਾ। ਇਹਦੀ ਮੱਤ ਪੁੱਠੀ ਹੋ ਗਈ, ਪੁੱਠੀ ਮੱਤ। ਇਹਨੂੰ ਅਕਲ ਨਹੀਂ ਹੈ, ਇਹਨੂੰ ਵੱਡੇ ਛੋਟੇ ਦਾ ਨਹੀਂ ਪਤਾ। ਗੁਰੂ ਸਾਹਿਬ ਸਭ ਕੁਝ ਸੁਣ ਲੈਂਦੇ ਆ, ਸੁਣ ਕੇ ਕਦੇ ਦਿਲ ਤੇ ਨਹੀਂ ਲਾਇਆ ਵੀ ਲੋਕ ਕੀ ਕਹਿੰਦੇ ਆ, ਕੀ ਕਹਿੰਦੇ ਆ। ਸੱਚੀ ਗੱਲ ਹੈ ਜੀ, ਇਸ ਅਵਸਥਾ ਤੇ ਜਿਉਣਾ ਬਹੁਤ ਔਖਾ ਹੈ। ਪਹਿਲਾਂ ਲੋਕ ਬੜਾ ਕੁਝ ਕਹਿਣਗੇ ਤੁਹਾਨੂੰ, ਜਿੱਦਣ ਤੁਸੀਂ ਸੁਣ ਕੇ ਸਹਿਣਾ ਸ਼ੁਰੂ ਕਰਤਾ, ਸਹਿਣ ਤੋਂ ਵੀ ਉੱਪਰ ਉੱਠ ਗਏ ਨਾ। ਹੁਣ ਕੋਈ ਕਹੇ ਨਾ ਕਹੇ ਫਰਕ ਨਹੀਂ ਪੈਂਦਾ, ਆਪਣੇ ਆਪ ਦਾ ਆਨੰਦ ਹੈ। ਲੋਕਾਂ ਨੂੰ ਤੁਹਾਡੇ ਹਾਸੇ ਵੀ ਚੰਗੇ ਨਹੀਂ ਲੱਗਦੇ, ਤੁਸੀਂ ਕਿਉਂ ਹੱਸਦੇ? ਲੋਕ ਨਹੀਂ ਬਰਦਾਸ਼ਤ ਕਰਦੇ। ਤੁਸੀਂ ਰੋਂਦੇ ਕਿਉਂ? ਲੋਕਾਂ ਨੂੰ ਵੀ ਚੰਗਾ ਲੱਗਦਾ। ਬੋਲੋਗੇ ਤਾਂ ਮਾੜੇ ਹੋ, ਚੁੱਪ ਰਹੋਗੇ ਲੋਕੀ ਕਹਿੰਦੇ ਆਕੜ ਬੜੀ ਹੈ। ਹਰ ਪਾਸੇ ਤੋਂ ਹੀ ਤਾਂ ਆਪਣੇ ਆਪ ਲਈ ਜਿੱਦਾਂ ਜਿਉਣਾ ਆ ਗਿਆ, ਪ੍ਰਭੂ ਦੀ ਭਗਤੀ ਵਿੱਚ ਲੀਨ ਕਰਨਾ ਆ ਗਿਆ, ਦੁਨੀਆ ਵੀ ਪਿੱਛੇ ਹਟ ਜਾਂਦੀ ਹੈ। ਉਸ ਵੇਲੇ ਕਹਿੰਦੇ ਇਹਨੂੰ ਜੋ ਮਰਜ਼ੀ ਕਹਿ ਲਓ, ਫਰਕ ਹੀ ਨਹੀਂ ਪੈਂਦਾ। ਪਿਤਾ ਤੱਕ ਗੱਲਾਂ ਆ ਗਈਆਂ। ਕਹਿੰਦੇ ਪਿਓ ਦਾ ਪੁੱਤ ਕਮਲਾ ਏ, ਲਾਡਾਂ ਨਾਲ ਪਾਲਿਆ ਸੀ, ਇਹਨੇ ਡੱਕਾ ਨਹੀਂ ਤੋੜਨਾ, ਕੁਛ ਕਰ ਨਹੀਂ ਸਕਦਾ। ਇਹਦੀ ਮੱਤ ਪੁੱਠੀ ਹੋ ਗਈ। ਪੁੱਠੀ ਮੱਤ ਸਮਝਦੇ ਹੋ ਕੀ ਉਹ ਕਹਿੰਦੇ ਆ? ਸੁਭਾਵਿਕ ਬੋਲੀ ਆ ਪੰਜਾਬ ਦੀ। ਅਗਲਾ ਕਹਿੰਦਾ ਹੁਣ ਤੇਰੀ ਮੱਤ ਮਾਰੀ ਗਈ ਓਏ। ਮੱਤ ਮਾਰਨ ਤੋਂ ਭਾਵ ਕੀ ਹੈ? ਵੀ ਤੇਰਾ ਜੋ ਵੀ ਤੂੰ ਕਰਦਾ ਨਾ, ਉਹ ਆਪਣੇ ਲਈ ਵੀ ਨਹੀਂ ਕਰਦਾ, ਦੁਨੀਆ ਲਈ ਵੀ ਨਹੀਂ ਕਰਦਾ। ਆਹ ਸ਼ਬਦ ਗੁਰੂ ਨਾਨਕ ਸਾਹਿਬ ਲਈ ਲੋਕਾਂ ਦੇ ਵਰਤਣੇ ਸ਼ੁਰੂ ਕੀਤੇ ਨੇ। ਆਗੇ ਕਹਿਤ ਬੈਨ ਗੁਣ ਸਾਲੀ, ਕੇ ਤੂਸ਼ਨ ਅਬ ਕੌਣ ਕੁਚਾਲੇ। ਦੁਨੀਆ ਜਾਣ ਜਾਣ ਛੇੜਦੀ, ਕਿਤੇ ਕੁਛ ਬੋਲੇ, ਵੱਧ ਘੱਟ ਬੋਲੇ ਸਾਨੂੰ। ਕਹਿੰਦੇ ਅੱਗੇ ਬੜੀਆਂ ਗਿਆਨ ਦੀਆਂ ਗੱਲਾਂ ਕਰਦਾ ਸੀ, ਲੈ ਭੁੱਲ ਭੱਲ ਗਈਆਂ। ਪਹਿਲਾਂ ਹੀ ਕਹਿੰਦੇ ਸੀ ਵੀ ਆਹ ਗਿਆਨ ਗਿਉਨ 4 ਦਿਨਾਂ ਦੀਆਂ ਗੱਲਾਂ ਹੁੰਦੀਆਂ, ਫਿਰ ਕਿਹਨੂੰ ਹੁੰਦੀਆਂ ਨੇ?
ਪਤਾ ਤੇ ਵੱਡੇ ਹੋ ਗਏ ਗੁਰੂ ਸਾਹਿਬ ਕੋਲ ਲੰਘ ਜਾਂਦੇ ਆ। ਸੋਚੋ ਤੇ ਸਹੀ, ਉਹਦੀ ਸਤਿਗੁਰਾਂ ਦੀ ਥਾਂ ਤੇ ਕਿਤੇ ਆਪਾਂ ਹੁੰਦੇ, ਆਪਾਂ ਤੇ ਉੱਤੇ ਹੀ ਮਰ ਜਾਣਾ ਸੀ। ਰੱਬ ਨੂੰ ਲੋਕਾਂ ਨੇ ਚੰਗਾ ਮਾੜਾ ਬੋਲਿਆ, ਪ੍ਰਮਾਤਮਾ ਨੂੰ, ਤੇ ਅਸੀਂ ਉਮੀਦਾਂ ਕਰਦੇ ਫਿਰਦੇ ਆ ਲੋਕੀ ਸਾਨੂੰ ਚੰਗਾ ਕਹਿਣਗੇ। ਆਖੋ ਸਤਿਨਾਮ। ਗੁਰੂ ਨਾਨਕ ਸਾਹਿਬ ਮਹਾਰਾਜ ਦੇ ਸਿੱਖਾਂ ਦੇ ਚਰਨਾਂ ਦੀ ਧੂੜ ਵੀ ਨਹੀਂ ਆਪਾਂ, ਅਸੀਂ ਆਪਣੇ ਲਈ ਪੋਜ਼ਿਟਿਵ ਸੁਣਨਾ ਚਾਹੁੰਦੇ ਆ, ਲੋਕੀ ਮੈਨੂੰ ਚੰਗਾ ਕਹਿਣ, ਪਰ ਗੁਰੂ ਸਾਹਿਬ ਨੂੰ ਵੀ ਕਹਿ ਰਹੇ, ਰੱਬ ਨੂੰ ਨਹੀਂ ਦੁਨੀਆ ਬਖਸ਼ ਰਹੀ। ਕਹਿੰਦੇ ਪਿਤਾ ਦੀ ਸਾਰੀ ਜ਼ਮੀਨ ਇਹਨੇ ਬਰਬਾਦ ਕਰ ਦੇਣੀ, ਇਹ ਕੰਮ ਕੋਈ ਨਹੀਂ ਕਰ ਸਕਦਾ, ਵਿਹਲਾ ਰਹਿਣ ਲੱਗ ਗਿਆ, ਇਹ ਸਾਧ ਬਣਿਆ ਫਿਰਦਾ। ਉਹ ਵੀ ਸੁਣਿਆ। ਇੱਥੇ ਜਰਿਆ ਸ਼ਬਦ ਨਹੀਂ ਵਰਤ ਸਕਦੇ ਵੀ ਮਰਦ ਸੁਣ ਕੇ ਜਰਦੇ, ਜਰਦਾ ਤੇ ਉਹ ਹੈ ਜਿਹੜਾ ਬੇਵਾਸਤੇ ਮਜਬੂਰ ਹੋਇਆ ਪਿਆ ਜੀ ਮੈਂ ਸਹਿ ਰਿਹਾ ਲੋਕਾਂ ਦੀਆਂ ਗੱਲਾਂ, ਸਹਿਣ ਸੁਣਨ ਵਾਲੀਆਂ ਗੱਲਾਂ ਬੜੀਆਂ ਥੱਲੇ ਨੇ, ਫਰਕ ਨਹੀਂ ਪੈਂਦਾ। ਇਹ ਹੋਰ ਚੀਜ਼ ਹੈ। ਤੁਹਾਨੂੰ ਵੀ ਮਾੜਾ ਕਹਿੰਦਾ ਤੁਸੀਂ ਸਹੀ ਜਾਂਦੇ ਹੋ, ਪਰ ਸੜਤੇ ਰਹੇ ਹੋ ਨਾ, ਦੁਖੀ ਤੇ ਹੋ ਨਾ ਵੀ ਕਹਿੰਦਾ ਕਿਉਂ ਯਾਰ ਮੈਂ ਇਹਦਾ ਕੀ ਵਿਗਾੜਿਆ, ਚਲ ਕਹਿ ਲੈਣ ਦੇ, ਦਿਲ ਤੇ ਪੱਥਰ, ਮਨ ਤੇ ਪੱਥਰ ਨਹੀਂ ਰੱਖਦੇ। ਘਰੇ ਆਉਣਾ, ਘਰੇ ਪਿਤਾ ਜੀ ਬੋਲ ਪੈਂਦੇ ਆ, ਉਹ ਕਹਿੰਦੇ ਪੁੱਤ ਤੂੰ ਮਾੜਾ ਮੋਟਾ ਕੋਈ ਕੰਮ ਕਰਦਾ ਡੱਡਾ ਤੋੜੇਗਾ। ਕੌਣ ਰਹਿ ਗਿਆ, ਕਿਹੜੀ ਥਾਂ ਰਹੇਗੀ ਜਿੱਥੇ ਮੇਰੀ ਪੱਗ ਨੂੰ ਦਾਗ ਲਾਉਣ ਦੀ ਕੋਸ਼ਿਸ਼ ਨਹੀਂ ਤੂੰ ਕੀਤੀ। ਨਾ ਤੂੰ ਪੜ੍ਹੇ, ਨਾ ਤੂੰ ਲਿਖੇ, ਨਾ ਕੋਈ ਕੰਮਕਾਰ ਕਰੇ। ਪਹਿਲਾਂ ਬੜੀਆਂ ਸੋਹਣੀਆਂ ਗੱਲਾਂ ਕਰਦਾ ਸੀ, ਤੈਨੂੰ ਨਜ਼ਰ ਕਿਹਦੀ ਲੱਗੀ? ਹੁਣ ਤੈਨੂੰ ਕੀ ਹੋਇਆ? ਸਾਰਾ ਦਿਨ ਸੁੱਤਾ ਰਹਿਣਾ ਏ। ਢੀਠ ਲੱਗੀ ਨਰ ਨਾਰਨ ਕੀਰੀ, ਜਹ ਮਸਤਾਨੀ ਤੋਰ ਕਨੇਰੀ। ਕਹਿੰਦੇ ਮਾਤਾ ਤ੍ਰਿਪਤਾ ਵੀ ਆਪਣੇ ਪੁੱਤਰ ਕੋਲ ਬਹਿ ਕੇ ਕਹਿੰਦੇ ਪੁੱਤ ਤੈਨੂੰ ਨਜ਼ਰ ਕਿਹਦੀ ਲੱਗੀ? ਤੈਨੂੰ ਨਜ਼ਰ ਲੱਗੀ ਲੱਗਦੀ ਕਿਸੇ ਔਰਤ ਦੀ, ਕਿਸੇ ਮਰਦ ਦੀ। ਲੋਕ ਤੇਰੀਆਂ ਸਿਫਤਾਂ ਬੜੀਆਂ ਕਰਦੇ ਸੀ, ਤੂੰ ਏਦਾਂ ਕਿਉਂ ਹੋ ਗਿਆ? ਮਾਂ ਰੋਂਦੀ ਕਈ ਵਾਰ, ਮਾਂ ਤ੍ਰਿਪਤਾ ਬੜੀ ਵਾਰ ਆਪਣੇ ਪੁੱਤ ਨੂੰ ਬੁਲਾਉਂਦੀ ਹੈ, ਪਰ ਬਾਅਦ ਨੂੰ ਫਰਕ ਨਹੀਂ ਹੈ। ਇੱਕ ਦਿਨ ਪਿਤਾ ਵੀ ਕਹਿੰਦੇ ਸਿਰ ਫੜ ਕੇ, ਉਹ ਪੁੱਤਰਾ ਕਦ ਤੱਕ ਤਾਨੇ ਮੇਣੇ ਸੁਣਨੇ? ਲੋਕੀ ਕਹਿੰਦੇ ਤੇਰਾ ਪੁੱਤ ਮਸਤਾਨਾ ਹੋ ਗਿਆ, ਇਹਨੂੰ ਤੁਰਨ ਦਾ ਨਹੀਂ ਪਤਾ, ਦੇਖਦਾ ਕਿਸੇ ਹੋਰ ਪਾਸੇ, ਤੁਰਦਾ ਹੋਰ ਪਾਸੇ, ਉਹਨੂੰ ਮਸਤਾਨਾ ਕਹਿੰਦੇ ਆ। ਮਸਤੀ ਦੀ ਚਾਲ ਹੈ, ਜਾਗਦੀ ਬਰਬਾਦੀ ਮਸਤਾਨਾ। ਤਾਈ ਤੁਸੀਂ ਸੁਣਦੇ ਨਾ ਪੁਰਾਣੇ ਸਮੇਂ ਦੇ ਗੀਤ, ਤੱਕਿਆ ਮੈਂ ਬਾਬਰ ਦੇ ਦਰਬਾਰ ਇੱਕ ਮਸਤਾਨਾ ਜੋਗੀ। ਮਸਤ ਸਾਡੇ ਮਸਤਾਨੇ ਦਾ ਅਰਥ ਕੀ ਕਰਦੇ ਆ? ਆਓ ਚੱਲਾ ਨਹੀਂ। ਰੱਬ ਦੇ ਪਿਆਰ ਵਿੱਚ ਜਿਹੜਾ ਝੱਲਾ ਹੋਇਆ, ਉਹ ਜਿਹਨੂੰ ਜੱਗ ਦੀ ਪਰਵਾਹ ਕੋਈ ਨਹੀਂ, ਭਾਵੇਂ ਅੱਗ ਪਈ ਹੋਵੇ ਸਾਹਮਣੇ ਤੇ ਭਾਵੇਂ ਹੋਵੇ ਚੱਕੜ, ਜਦੋਂ ਯਾਰ ਦੀ ਗਲੀ ਲੰਘਣਾ ਤੇ ਫਿਰ ਵਿੱਚੋਂ ਹੀ ਲੰਘ ਜਾਣਾ, ਪਰਵਾਹ ਨਹੀਂ। ਉਹ ਪ੍ਰੀਤ, ਉਹ ਸੱਚਾ ਇਸ਼ਕ। ਲੋਕੀ ਕਹਿਣ ਲੱਗ ਗਏ ਦੂਜੇ ਹਿਸਾਬ ਨਾਲ, ਕਹਿੰਦੇ ਮਸਤਾਨਾ ਹੋ ਗਿਆ, ਇਹਨੂੰ ਦਿਖਾਓ ਕਿਸੇ ਵੈਦ ਹਕੀਮ। ਇਹ ਬੋਲਦੇ ਹੀ ਕਿਸੇ ਦਾ, ਕੋਈ ਕਹਿੰਦਾ ਹਵਾ ਖਰਾਬ ਹੈ, ਕੋਈ ਕਹਿੰਦਾ ਅਪਰਕਨ ਹੈ, ਕਿਸੇ ਨੇ ਮਾੜਾ ਕਿਹਾ, ਕਿਸੇ ਨੇ ਭੂਤਨਾ ਕਿਹਾ। ਪਰ ਪਿਤਾ ਜੀ ਹੁਣ ਤਾਨੇ ਕਿੰਨੇ ਕੁ ਸੁਣਨ ਲੋਕਾਂ ਦੇ, ਉਹ ਤੇ ਸੰਸਾਰੀ ਤਲ ਤੇ ਜਿਉਂਦੇ ਆ। ਜਦ ਵੀ ਜਾਇਆ ਕਰਨ ਉੱਠਦੇ ਬਹਿੰਦੇ ਲੋਕ ਗੱਲਾਂ ਕਰਦੇ, ਕਹਿੰਦੇ ਯਾਰ ਤੇਰਾ ਪੁੱਤ ਬੜਾ ਸਿਆਣਾ ਸੀ ਪਹਿਲਾਂ, ਹੁਣ ਪਤਾ ਨਹੀਂ ਕੀ ਹੋਇਆ। ਲੋਕ ਦੁੱਖ ਦੀ ਰਗ ਨੂੰ ਹਰ ਵੇਲੇ ਛੇੜਦੇ ਨੇ। ਭੂਤ ਪ੍ਰੇਤ ਕੀ ਭਈ ਕੇ ਛਾਇਆ, ਸੁਣਨ ਕਹਿਨ ਜਿਨ ਸਭ ਬਿਸਰਾਇਆ। ਸਾਰੀ ਕੋਈ ਗੱਲ ਕਰਿਆ ਕਰਨ। ਕਲਿਆਣ ਚੰਦ ਜੀ ਤੁਹਾਡੇ ਪੁੱਤ ਨੂੰ ਕੋਈ ਭੂਤ ਪ੍ਰੇਤ ਚਿੰਬੜਿਆ, ਕਿਸੇ ਸਿਆਣੇ ਜਿਹਨੂੰ ਵਿਖਾ ਲਓ। ਪਿਤਾ ਚੁੱਪ ਕਰਕੇ ਚਲੇ ਜਾਂਦੇ ਆ। ਇੱਕ ਤੇ ਘਰੋਂ ਦੁਖੀ ਨੇ ਵੀ ਪੁੱਤ ਮੇਰਾ ਮੇਰੇ ਨਾਲ ਨਹੀਂ ਬੋਲਦਾ, ਉਹ ਕੋਈ ਕੰਮ ਹੀ ਨਹੀਂ ਕਰਦਾ। ਮਾਂ ਬਾਪ ਨੂੰ ਤੇ ਚਿੰਤਾ ਹੈ ਨਾ, ਹਰ ਇੱਕ ਨੂੰ ਹੁੰਦੀ ਹੈ। ਫਿਰ ਰਹਿੰਦੀ ਖੂਦੀ ਗੱਲ ਦੁਨੀਆ ਕੱਢ ਦਿੰਦੀ ਕਸਰ। ਜਿਹੜਾ ਮਿਲਦਾ ਆਪਣੇ ਮੁੰਡੇ ਨੂੰ ਵਿਖਾ ਕੇ ਵੇਖ ਲਾ, ਕੁਛ ਹੋਇਆ ਹੋਣਾ, ਕੀ ਪਤਾ ਕੋਈ ਟੂਣਾ ਟਾਣਾ ਟੱਪ ਗਿਆ, ਸਾਰਾ ਦਿਨ ਤੇ ਮੜੀਆਂ ਚ ਤੁਰਿਆ ਫਿਰਦਾ ਰਹਿੰਦਾ। ਇਹਨੂੰ ਕੀ ਪਤਾ ਲੱਗਦਾ ਸਿਖਰ ਦੁਪਹਿਰਿਆਂ ਚ ਪਿੱਪਲਾਂ ਦੀ ਛਾਵੇਂ ਸੌਂਦਾ ਹੈ। ਕਹਿੰਦੇ ਇਹ ਗੱਲਾਂ ਜ਼ਮਾਨੇ ਵਿੱਚ ਟਿਕਣ ਨਹੀਂ ਦੇ ਰਹੀਆਂ। ਜਦੋਂ ਤੁਸੀਂ ਜੰਨੀਆਂ ਦੁਨੀਆ ਦੀਆਂ ਗੱਲਾਂ ਸੁਣੋਗੇ, ਭਾਵੇਂ ਤੁਸੀਂ ਬਣ ਜਾਓ ਕਰੋੜਾਪਤੀ, ਜੇ ਜ਼ਮਾਨੇ ਦੀਆਂ ਗੱਲਾਂ ਸੁਣੋਗੇ ਨਾ, ਇੱਕ ਪਲ ਜ਼ਮਾਨਾ ਨਹੀਂ ਸੌਣ ਦੇਗਾ। ਜਿਹੜਾ ਬੰਦਾ ਤੁਹਾਡੇ ਕੋਲ ਆ ਕੇ ਕਿਸੇ ਦੀ ਬੁਰਾਈ ਕਰਦਾ ਨਾ, ਵੀ ਫਲਾਣਾ ਇਦਾਂ ਕਹਿੰਦਾ ਸੀ, ਉਹ ਕਰਦਾ ਹੈ, ਇੱਕ ਗੱਲ ਯਾਦ ਰੱਖਿਓ, ਦਾਤੀ ਦੇ ਦੰਦੇ ਇੱਕ ਪਾਸੇ, ਦੁਨੀਆ ਦੀ ਯਾਰੀ ਦੇ ਦੋ ਪਾਸੇ ਆ। ਜਿਹੜਾ ਤੇਰੇ ਕੋਲ ਤੇਰੀ ਸਿਫਤ ਕਰਦਾ, ਦੂਜੇ ਦੀ ਬੁਰਾਈ ਕਰਦਾ, ਚੇਤੇ ਰੱਖਿਓ ਤੈਨੂੰ ਵੀ ਹਾਰ ਚੰਗੇ ਪਾਉਂਦਾ ਹੋਣਾ। ਆਖੋ ਸਤਿਨਾਮ। ਤੇਰੇ ਬਾਰੇ ਕਿਹਨੂੰ ਜਾ ਕੇ ਕੀ ਨਹੀਂ ਕਹਿੰਦਾ ਹੋਣਾ। ਕਹਿੰਦੇ ਬੜਿਆਂ ਨੇ ਬੜਾ ਕੁਝ ਆਖਿਆ, ਕੋਈ ਕਰਦਾ ਸਿਰਫ ਬਿਰਲੇ ਸੀ ਗੁਰੂ ਸਾਹਿਬ ਦੀ ਸਿਫਤ ਕਰਨ ਵਾਲੇ। ਜਿਨ੍ਹਾਂ ਨੂੰ ਮਹਾਰਾਜ ਨੇ ਉਪਦੇਸ਼ ਦਿੱਤਾ ਤੇ ਚੁੱਪੀ ਹੋ ਗਈ। ਗੋਪਾਲ ਪਾਦਾ ਜੀ, ਮੁੱਲਾ ਜੀ ਕੁਤਬਦੀਨ ਤੇ ਪੰਡਤ ਹਰਦਿਆਲ ਉੱਥੇ ਆਪਣੇ ਆਪ ਚ ਭੇਜ ਗਏ, ਨਾਨਕ ਜੀ ਦਾ ਰੂਪ ਹੋ ਗਏ। ਉਹ ਤੇ ਕਿੱਥੇ ਵੇਖਦੇ ਨਮਸਕਾਰ ਹੀ ਕਰ ਦਿੰਦੇ ਆ।
पर लोग कहते इन्हूं किसी भूत प्रेत का छाया हो गया, ये आकड़ कन्ना हो गया। इसे करके नानक बुलाया नहीं बोलता। तकलीफ लोगों को होंदी भी अगे साडा काम कर दिंदा सी, जिहड़ा काम कह दो आखे लग जांदा सी। सही गल है। तुसी घरे परिवार विच दोस्ती दे विच आखे लगी चलो हर काम करो, लोग कहणगे तेरे वर्गा बंदा कोई नहीं। दुनिया भी करदे हो पटदे। जिद्दण किसी काम तो जवाब देता तुहाडे 99 गुण खत्म हो जाणगे, तुसी किन्ने के चंगे हो, लोकी कहंदे घटिया बंदा खुदा दा नाम किसी काम दा नहीं। सच्ची गल है, दुनिया का कोई रिश्ता सच्चा नहीं है, सारे मतलब दा जुड़े हुए हैं। जब तक किसी के काम आओगे उन्हें महान होवोगे, गल्लां करके किसी का टाइम पास कराओगे उन्हें चंगी लगोगे। जिधर जमाने दी चुगलियां करनियां बंद करतियां, लोकां दी इधर उधर करनियां छड्ड दित्तियां, कहोगे ना किसी ने जो तुहाडे कोल चुगली रब दा नाम जप लिया कर, वो कहंदे बड़ा ज्ञानी बनया फिरदा है, कल तक ते सारे जमाने दा कूड़ धोंदा सी। हो गए ना लोग पिठ पिछे भी बुराई करनगे। हुण गुरु साहब ने छड्ड दित्ती लोकां दी गल सुणनी कि हस खेड लैंदे सी, अपना दुख भी दसना बंद करता। ते जदों तुसीं अपना दुख दसना दुनिया नूं बंद कर दोगे, दुनिया तुहानूं बहुत सताएगी, जमाना बहुत दुखी करेगा। तुहाडा दुख ते एक पासे है ना, और दुखी करेगा। पिता कल्याण चंद पहला घरों दुखी ने भी पुत मेरा मेरी गल नहीं मनदा, पंडितां दे नाल इन्ना कुछ हो गया, इह धर्मी नहीं बनया, जनेऊ नहीं पाया। लोकां दीयां गल्लां जिउं जिउं सुणी जांदे त्यों बेचैन हो रहे आ, अंदर कदे टका नहीं मिलदा। कुछक दिवस बीते असरीते, एक समय कालू कर प्रीते। लोकां दीयां गल्लां सुण के पिता जी घरे आया करन, गुस्सा अपने पुੱਤ ते कर दिया करन भी तेरी वजह करके मैनूं सुनना पैंदा। एक दिन माता तृप्ता ने कह दिता मेरे पुੱਤ नूं हत्थ नहीं लाउणा, इन्हूं कुछ नहीं कहना, झिड़कना नहीं है। फिर पिता जी नूं नहीं समझ आई, मैं जमाने दीयां गल्लां सुणदा, मैं अपने पुੱਤ नूं पुੱਛां ते सही तैनूं प्रॉब्लम की है, तू दुखी क्यों है। रोज कोल बिठा के पूछया करन। गुरु साहब कहंदे पिता जी मैं दुखी नहीं हां। पिता होर परेशान भी जे कोई दुख होवे ते मैं उहनूं सॉल्व करां, दुख कट्टां। एक बंदा चुप रहिंदा है, किसी नाल बोलदा नहीं, दिल शेयर नहीं करदा, उहनूं पुछो तैनूं होया की, कहंदा चढ़दी कला कुछ ज्यादा दुख दे। पिता जी दे मन च हुण आया क्यों ना मैं अपने पुੱਤ नूं कोई सौखा जिहा काम ला दियां, मन परचावा हुंदा रहेगा। जरूरी थोड़ा बंदा काम पैसे लिए करदा है, बड़े काम ऐसे होते जिन्होंने करके सुकून मिलता, टाइम पास भी हो जाता है, सारा दिन बेले ने की करना। मन च पिता जी ने आया भी इन्हें होर ते काम कर कोई करना नहीं, तो ध्यान ते लगता नहीं इस काम च। इहो जिहा काम दिया जिहदे विच बहुता फिकर ना होवे, बहुती चिंता होवे ना। अंक विसाए शीस कर फेरा, सोंगत मस्तक आनंद कनेरा। कहते रोज गोद च बिठा के प्यार दियां गल्लां करदे ने, सतगुर नहीं खुलदे, दिल दी गल ही नहीं करदे। एक दिन पिता जी ने पुੱਤ ਨੂੰ गोदी च बिठाया, मत्था चुमिया, प्यार दियां गल्लां करदे ने। कहंदे पुੱਤ तेरे तो मैं जिंद मार दियांगा, ये सब कुछ तेरा ही है, किहदे लई करदे पुੱਤਰ काम कर भावे ना कर, पर चुप ना रहा कर। आखो सतनाम। लोग गल्लां करदे ने, लोग मैनूं इन्ना कुछ बोलदे आ भी तू ते पटवारी इन्ना वड्डा, तेरे थले इन्ने लोग काम करदे, एडा रुतबा तेरा, पुੱਤ तेरा अनपढ़ रहूगा। बेटा जमाने के ताने मैथों नहीं जरे जाते। गुरु साहब ने कोई दुख नहीं वंडाया। पिता जी क्यों कहते हैं लोग मैं चेंज हो जाऊंगा, एकदम क्यों करते हो, क्योंकि सतगुर बहुत गहरे ने। पिता कहते पुत्र माड़ा मोटा कोई काम कर लिया कर। पिता तरीके नाल गल करदे आ, सीधी नहीं करते। कहते पुत्र जे तू माड़ा मोटा काम कर ले ना, सानू हौसला जरा हो जाए, चलो किते आरे लगा रहेगा, तेरा भी समा पास होवेगा। हेर तात को हृदय विचारा, मठ पर कछह कत्यों करा। कहते जदों अज गल कहन लगे ना, कहते कहते पिता चुप कर गए। पूछा गुरु साहब ने भी। तीजा दिन फिर आया, फिर अपने पुੱਤ कोल बह के गल करते करते मूँह ते आके रुक जाते। कहते की कहा, कई बार सिचुएशन ऐसी होंगी आप कहना चाहते नहीं बोलिया जाता, वक्त ऐसा होता है। चौथा दिन फिर, पंजवां दिन फिर, 7वें दिन पिता जी ने हौसला किया, कहते अज मैं दिल की गल कह देनी है,
क्योंकि वो गुरु साहब रोज बैठे होंगे आ पिता जी कोल आके समा कढ़न लगे ने गलबात करते आ कि चलो गल्लां गल्लां विच पुत्र किते अपना दुख ही दस दे, कोई परछावां होएगा, नजर लगी होगी, कोई रोग बीमारी होवे, भी ये चित क्यों नहीं लगता है? घरे आउंदा सारा दिन घरों बाहर नहीं जाता, बाहर जाके पै जाता, फिर बाहरों घरे नहीं हो। पिता जी गल्लां करते करते दुनियावी गल्लां करन लग पए। जाति कार कराओ जी थोरी, सनै सनै परचै सब थोरी। आखिरकार पिता कल्याण चंद ने अज कही दिता, कहते पुत्र जे तू कोई काम धंधे च माड़ा मोटा हाथ अजमा लेना ते मैनू बड़ा सकून मिलूगा। कम से कम लोगों के मूँह ते बंद हो जाएंगे ना, ਜਿਹੜੇ ਕਹਿੰਦੇ ਆ ਤੇਰਾ ਪੁੱਤ ਵਿਹਲੜਾ ਹੈ ਕਿਸੇ ਕੰਮ ਨਹੀਂ, ਜੇ ਤੂੰ ਮਾੜਾ ਮੋਟਾ ਵੀ ਕੰਮ ਕਰ ਲੈਣਾ ਭਾਵੇਂ ਅੱਧਾ ਘੰਟਾ ਜਾਏਗਾ, ਮੈਨੂੰ ਖੁਸ਼ੀ ਹੋਊਗੀ, ਮੈਂ ਸਮਾਜ ਵਿੱਚ ਸਿਰ ਚੁੱਕ ਕੇ ਜਿਉਣ ਲੱਗ ਜਾਵਾਂਗਾ। ਕਿੰਨੇ ਹਾਲਾਤ ਬਦਤਰ ਹੋਣਗੇ ਪਰਿਵਾਰ ਦੇ, ਪਰ ਸੁਣੋ ਤੇ ਸਹੀ, ਗੱਲਾਂ ਨਾਲ ਨਹੀਂ ਕੁਛ ਹੁੰਦਾ ਵੀ ਪਿਤਾ ਜੀ ਇਦਾਂ ਸੀ, ਗੁਰੂ ਸਾਹਿਬ ਇਦਾਂ ਸੀ। ਉਸ ਚੀਜ਼ ਨੂੰ ਫੀਲ ਕਰਕੇ ਵੇਖੋ, ਪਿਤਾ ਕੋਈ ਕਮਲਾ ਹੈ? ਗੁਰੂ ਨਾਨਕ ਸਾਹਿਬ ਦੇ ਪਿਤਾ ਕੋਈ ਆਮ ਨੇ? बहुत गहरे है। किहड़े सिचुएशन हालातां चों निकलदे होणगे जद एक पासे जमाना इन्ना कुछ बोलदा होऊगा, अपने पुत्र नूं कोल बिठा के कहंदे ने पुत्र जे किते तू मेरी माड़ी मोटी गल मन ले, मैं तेरे ते जोर नहीं पाउंदा, जिन्ना कि जी करदा उन्ना काम कर लिया कर, बच्चे काम जरूर करया कर, देख तू विहला है, तेरा मन भर जाऊगा, जद तू अपना मन किसी पासे लाएगा तेरा समा चंगा बतीत होवेगा। अस बिद लख कालू मुख भाखे, गो महखी चारों कर राखी। गुरु साहब कहते पिता जी मैं केड़ा काम करा, मैनू कोई काम ही पसंद नहीं, कोई भी काम करन नूं मेरा चित नहीं करता। क्यों नहीं करता? असल गल ते ये है भी दुनिया के काम साडे काम नहीं आउंदे, दुनिया आ गई इत्थों आ गई। किन्ने लोग अज तो 100 साल पहले भजे फिरते सी घर बनाउण पिछे, घर बन गए आप कित्थे ने हुण, काम आए घर ठीक है, रहण वास्ते कुल्ली गुल्ली जरूरी है, इन्हां लई मरना ते तड़फना जरूरी नहीं है। किन्नियां ने कपड़े खरीदे अज तो सैकड़े साल पहला, कोई इंग्लैंड जाके शॉपिंग करदा सी, कोई इत्थे करदा सी, कि वो कपड़े पहनण वाले अज बचे आ, अज हैगे आ किते वो कपड़े वो चीज़ां वो पदार्थ वो प्रॉपर्टियां उन्हां दे नाल गईयां ने, किते काम आईयां ने। लोकां दे विच बदनामी किन्नी होई, लोकी कहंदे फलाणे ने कब्जा कर लिया, लड़ाई कीती, आ कीता, मर गए ना। औरंगजेब ने पूरे हिंदुस्तान ते अपना राज कायम करन लई धर्म भी खतरे विच पा दित्ते, की नाल लै गया, की हटिया उहने? गुरु साहब ने स्पष्ट किया, कहते पिता जी कोई काम मेरे काम नहीं है, मैनू किसी काम दे विच संतुष्टि नहीं। पिता जी कहते पुत्र मैं तेनू कोई बहुता काम नहीं कहंदा, तेनू मुनीम बनने वास्ते नहीं कहंदा, तेनू पटवार खाने लेके जाण नूं नहीं कहंदा। जे मेरा बच्चा मेरी गल मन्ने ना, अपने विच गावां मੱਝਾਂ बड़ियां ने, जे तू इन्हां नूं चार ले आया करे मैनू बड़ी खुशी होगी। आखो सतनाम। क्योंकि लोग कहंदे सी, कहंदे गावां मੱਝਾਂ चार इहनूं अकल आ जूगी। पुराने बजुर्गां नूं पुੱਛ के वेखो, जिहड़ा पढ़दा पुढ़दा नहीं सी हुंदा, बाबे छड्ड दिंदे सी अगे, कहते जिद्दण चारूगा ना मੱਝਾਂ गावां धुप्पे बैठ भुख प्यास विच पशु मोड़दा फिरू, पैरां च वज्जणगे कंडे, आपे कहूं मैं स्कूल जाना। पिता जी उस कंसैप्ट ते काम कर रहे सी भी जे मेरा पुੱਤ गावां मੱਝਾਂ नूं लैके जाऊगा, गां मੱਝ किसी दे खेत च वड़ूगी, मोड़ के ते लिआऊगा ना, घरे लैके आउणियां लैके जाणियां, जिम्मेवारी पै जू, मोह पै जू, आपे टब्बर नाल फिकर पऊगा भी साडीआं गावां मੱਝਾਂ ने। कहते पुत्र जे तू सवेर हुंदियां गावां मੱਝਾਂ लै जे, मैनू बड़ा चंगा लगू, लोकां दे मूंह हो जाणगे बंद। बेशक अपने घर नौकर होए आ, ये भी कहता मैनू लगदा है भी नौकर चाकर जिहड़े साडे ने उन्हां तो गावां मੱਝਾਂ ਚੱਜ नाल चारियां ਜਾਂਦੀਆਂ नहीं। एक आत्मज हमरी धामू, कह विद सरै करे बिन कामू। इन्नियां गल्लां कह के पिता जी सचमुच भावुक हो गए, अखां भर आईयां। कहंदे इक्को एक तू पुत्र है साडा, तू काम ना करे, लोग की कहंदे। अगे ना किसी दी औलाद वेली हुंदी सी ते लोग कहंदे सी नकमी है, हुण ते वेले रहना फैशन। आखो सतनाम। मां बाप बेचारे रिटायरमेंट लैके भी किते ना किते काम ते लगे होए आ, ते औलादां
सारी सारी रात जागदियां ते सारा दिन सुरागदियां सौंदियां ने। ये की है? एक कलयुग का एक प्रकोप है, एक कहर है। काम दुनिया ते बड़े आ करन वाला होवे, पर साडी पता की सोच है, मैं पढ़ाई ते 10 लाख लाया ते मैनू ते काम भी वो चाहिए जिहदे विच मैं 10 लाख महीने दा कोटा बड़ा काम बड़ा छोटा नहीं है, सोच बड़ी छोटी हो सकती है। गुरु नानक साहब महाराज उस रब नूं कहा गया गावां मੱਝਾਂ चारे ते नौकर चारदे आ, आदमी चारदे आ। ਉਹ ਸੀਰੀ ਲੋਕ ਚਾਰਦੇ ਸੀ ਉਹਨਾਂ ਸਮਿਆਂ 'ਚ। ਕਲਿਆਣ ਚੰਦ ਜੀ ਦੇ ਘਰ ਦੇ ਵਿੱਚ ਕਿੰਨੇ ਨੌਕਰ ਨੇ? ਇਤਿਹਾਸ ਪੜ੍ਹੋ ਪਤਾ ਲੱਗਦਾ ਕਿੰਨੀਆਂ ਗਾਵਾਂ ਮੱਝਾਂ ਨੇ, ਪੜ੍ਹਿਆ ਦੀ ਪਤਾ ਲੱਗਦਾ। ਪਰ ਉਹ ਆਪਣੇ ਪੁੱਤ ਨੂੰ ਕਹਿੰਦੇ ਆ, ਕਿਤੇ ਨਾ ਕਿਤੇ ਉਹ ਜਾਣਦੇ ਜਦੋਂ ਗਾਵਾਂ ਮੱਝਾਂ ਚਾਰੇਗਾ ਇਹਨੂੰ ਆਪਣੀ ਸੰਪत्ति ਆਪਣੇ ਘਰ-ਬਾਰ ਦਾ ਪਤਾ ਲੱਗੂਗਾ। ਉਹ ਵੇਲੜਾਂ ਦੀ ਜ਼ਿੰਦਗੀ ਤੇ ਨਰਕ ਹੁੰਦੀ ਆ। ਆਖੋ ਸਤਿਨਾਮ। ਇਹਦਾ ਕੀ ਸੋਚਦੇ ਆ? ਮਾਪਿਆਂ ਦੇ ਸਿਰਾਂ ਤੇ ਐਸ਼ ਕਰਨ ਵਾਲੀਆਂ ਔਲਾਦਾਂ ਕਲੰਕਤ ਹੁੰਦੀਆਂ ਨੇ। ਅਸਲ ਸਵਾਦ ਦੀ ਰੋਟੀ ਦਾ ਉਤਲੇ ਆਉਂਦਾ ਜਿੱਦਣ ਬੰਦਾ ਕਮਾ ਕੇ ਆਪ ਖਾਂਦਾ ਤੇ ਮਾਂ ਦੇ ਮੂੰਹ 'ਚ ਬੁਰਕੀ ਪਾਉਂਦਾ ਹੈ, ਉਧਰ ਗੱਲ ਬਣਦੀ ਹੈ ਆਪਣੀ ਕਮਾਈ 'ਚ। ਮਾਪਿਆਂ ਦੀ ਕਮਾਈ ਤੇ ਐਸ਼ਾਂ ਕਰਨ ਵਾਲੇ ਬੜੇ ਬਣ ਜਾਣਗੇ, ਕੱਖ ਦਾ ਨਹੀਂ ਹੈ, ਉਹਨਾਂ ਕੋਲ ਇਨਸਾਨੀਅਤ ਨਹੀਂ ਹੁੰਦੀ। ਗੁਰੂ ਸਾਹਿਬ ਜੀ ਨੂੰ ਪਿਤਾ ਇਹੀ ਸਿਖਾਉਣਾ ਚਾਹੁੰਦੇ ਆ, ਪੁੱਤਰ ਮੇਰੇ ਕੋਲ ਬੇਸ਼ੱਕ ਬਹੁਤ ਪੈਸਾ ਹੈ, ਮੈਂ ਪਟਵਾਰੀ ਹਾਂ, ਜ਼ਮੀਨ ਬੜੀ ਹੈ, ਗਾਵਾਂ ਮੱਝਾਂ ਬੜੀਆਂ ਨੇ, ਤੈਨੂੰ ਕੰਮ ਕਰਨ ਦੀ ਕੋਈ ਲੋੜ ਨਹੀਂ, ਪੁਸ਼ਤਾਂ ਖਾ ਸਕਦੀਆਂ ਨੇ। ਪਰ ਇਹਦਾ ਮਤਲਬ ਇਹ ਨਹੀਂ ਵੀ ਜੇ ਪੁਸ਼ਤਾਂ ਖਾ ਸਕਦੀਆਂ ਤੇ ਵਿਹਲੀਆਂ ਰਹਿਣ। ਵਿਹਲੇ ਬੰਦੇ ਕੋਲ ਭਰੇ ਖਜ਼ਾਨੇ ਵੀ ਮੁੱਕ ਜਾਂਦੇ ਹੁੰਦੇ ਆ ਤੇ ਕੰਮ ਕਰਨ ਵਾਲੇ ਕੋਲ ਬਰਕਤਾਂ ਬੜੀਆਂ ਨੇ। ਪਿਤਾ ਇਸ ਕਨਸੈਪਟ ਤੇ ਕੰਮ ਕਰ ਰਹੇ ਆ ਵੀ ਜੇ ਮੇਰਾ ਪੁੱਤ ਮਾੜਾ ਮੋਟਾ ਕੰਮ ਕਰੂ, ਹੌਲੀ ਹੌਲੀ ਖੇਤੀ ਦਾ ਹਿਸਾਬ ਲਾ ਜੂ, ਚੱਲ ਜੇ ਪਟਵਾਰੀ ਨਹੀਂ ਬਣੂਗਾ ਕਮ ਸੇ ਕਮ ਕਿਸਾਨ ਤੇ ਬਣ ਜੂਗਾ, ਖੇਤਾਂ ਦੇ ਜਾਇਆ ਕਰੂਗਾ। ਗੁਰੂ ਸਾਹਿਬ ਨੂੰ ਬੜਾ ਸਮਝਾਉਣਾ, ਕਹਿੰਦੇ ਪੁੱਤਰ ਗਾਵਾਂ ਮੱਝਾਂ ਆਪਣੀਆਂ ਨੇ, ਜਿਹੜੇ ਨੌਕਰ ਚਾਕਰ ਨੇ ਭਰੋਸੇ ਲਾਇਕ ਨਹੀਂ, ਇਹ ਪ੍ਰੋਪਰ ਜਾ ਕੇ ਘਾਹ ਨਹੀਂ ਖਾਂਦੇ। ਅੱਗੇ 4 ਗਾਹਾਂ ਹੁੰਦੀਆਂ ਸੀ, ਅੱਜ ਵਾਲਾ ਕੰਮ ਥੋੜੀ ਸੀ ਵੀ ਟੋਕਾ ਕਰਕੇ ਕੱਟ ਵੱਢ ਕੇ ਘਰੇ ਪਾਇਆ ਜਾਂਦਾ ਸੀ। ਪੁਰਾਣਾ ਇਤਿਹਾਸ ਪੜ੍ਹ ਕੇ ਵੇਖੋ, ਸਮਾਂ 4 ਗਾਹਾਂ ਵਿੱਚ ਲੋਕ ਡੰਗਰ ਚਾਰਨ ਜਾਂਦੇ ਹੁੰਦੇ ਸੀ, ਭਾਵੇਂ ਕੋਈ ਵੱਡਾ ਭਾਵੇਂ ਕੋਈ ਛੋਟਾ। ਉਦੋਂ ਏਦਾਂ ਦੇ ਕੰਮ ਨਹੀਂ ਸੀ, ਘਾਹ ਚਰਦੀਆਂ ਸੀ ਗਾਵਾਂ। ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਇਹ ਬਚਨ ਕਹਿ ਕੇ ਪਿਤਾ ਭਾਵੁਕ ਹੋ ਗਏ, ਅੰਦਰੋਂ ਇਹ ਵੀ ਸੋਚਦੇ ਵੀ ਪੁੱਤ ਮੇਰਾ ਮੱਝਾਂ ਚਾਰਨ ਜਾਊਗੀ, ਲੋਕ ਤੇ ਫੇਰ ਬੋਲਣਗੇ। ਚਲੋ ਬੋਲ ਤੇ ਬੋਲੀ ਜਾਣ ਦਿਓ, ਪਰ ਉਹ ਤੇ ਚੁੱਪ ਕਰ ਜਾਣਗੇ ਜਿਹੜੇ ਕਹਿੰਦੇ ਝੱਲਾ ਹੋਇਆ ਕੰਮ ਤੇ ਕਰਦਾ ਹੈ। ਜਿੰਨਾ ਮਰਜ਼ੀ ਝੱਲਾ ਤੁਸੀਂ ਕਿਸੇ ਨੂੰ ਕਹੋ, ਜਿਹੜਾ ਆਪਣੇ ਪਰਿਵਾਰ ਲਈ ਰੋਟੀ ਕਮਾ ਕੇ ਆਊਗਾ ਝੱਲਾ ਨਹੀਂ ਹੁੰਦਾ। ਝੱਲਾ ਤੇ ਹੋਊਗਾ ਜਿਹੜਾ ਮਾਂ-ਬਾਪ ਦੀ ਕਮਾਈ ਤੇ ਐਸ਼ ਕਰਦਾ। ਆਖੋ ਸਤਿਨਾਮ। ਸੱਚੀ ਜਿਹੜਾ ਬੰਦਾ ਕਿਰਤ ਕਰਦਾ ਨਾ ਸਵੇਰ ਤੋਂ ਸ਼ਾਮ ਤੱਕ ਆਪਣੇ ਪਰਿਵਾਰ ਲਈ, ਝੱਲਾ ਥੋੜੀ ਸਿਆਣਾ ਹੈ, ਜਿਹਨੂੰ ਪਤਾ ਹੈ ਅੱਜ ਕੰਮ ਨਹੀਂ ਕਰੂੰਗਾ ਤੇ ਕੱਲ ਰੋਟੀ ਕਿੱਥੋਂ ਖਾਊਂਗਾ। ਪਿਤਾ ਕਹਿੰਦੇ ਪੁੱਤਰ ਗਾਵਾਂ ਮੱਝਾਂ ਪਹਿਲੇ ਦਿਨ ਥੋੜੀਆਂ ਲੈ ਜੀ, ਹੌਲੀ 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 ਵਧਾ ਲਈ, ਸਾਰੀਆਂ ਲੈ ਜੇ। ਮੈਨੂੰ ਖੁਸ਼ੀ ਹੋਊਗੀ ਜਦ ਤੂੰ ਆਪਣੀ 4 ਗਾਹ ਤੇ ਜਾਏਗਾ ਨਾ, ਗਾਵਾਂ ਮੱਝਾਂ ਨੂੰ ਚੜਾ ਕੇ ਲੈ ਕੇ ਆਵੇਗਾ। ਬੈਸਿਓ ਟਾਟ ਬਟੀਟੈ ਨਾਹੀ, ਕਰਹੁ ਕਾਰ ਨਿਜ ਮਨ ਪਰ ਚਾਹੀ। ਮਾਤਾ ਤ੍ਰਿਪਤਾ ਜੀ ਕੋਲੇ ਆਏ, ਕਹਿੰਦੇ ਪੁੱਤਰ ਦੇਖ ਸਾਰਾ ਦਿਨ ਤੇਰਾ ਸਮਾਂ ਵੀ ਬਤੀਤ ਨਹੀਂ ਹੁੰਦਾ, ਘਰੇ ਵਿਹਲਾ ਬੈਠਾ ਰਹਿਣਾ ਹੈ, ਸੋਚਦਾ ਰਹਿਣਾ ਹੈ। ਜਦ ਤੂੰ ਮੱਝਾਂ ਗਾਵਾਂ ਚਾਰਨ ਜਾਏਗਾ, ਤੇਰੇ ਮਿੱਤਰ ਦੋਸਤ ਬਣਨਗੇ, ਗਾਵਾਂ ਮੱਝਾਂ ਨਾਲ ਗੱਲਾਂ ਕਰੇਗਾ, ਤੇਰਾ ਸਮਾਂ ਸੋਹਣਾ ਬਤੀਤ ਹੋਊਗਾ। ਤੇ ਨਾਲੇ ਸਵੇਰ ਦੀ ਰੋਟੀ ਖਾ ਲਿਆ ਕਰੀ, ਸ਼ਾਮ ਦੀ ਆ ਕੇ ਖਾ ਲਿਆ ਕਰੀ। ਅੱਗੇ ਸਾਡੇ ਵਾਲਾ ਕੰਮ ਥੋੜਾ ਹੁੰਦਾ ਸੀ, ਸਵੇਰੇ ਕੀ ਕਰਦੇ? ਬ੍ਰੇਕਫਾਸਟ, ਦੁਪਹਿਰੇ ਲੰਚ ਕਰਦੇ ਆ ਜੀ, ਹੁਣ ਡਿਨਰ, ਅੱਗੋਂ ਪਿੱਛੋਂ ਚਾਹ ਪੀ ਰਹੀਆਂ ਜੀ, ਤੇ ਬਿਮਾਰੀਆਂ ਨਹੀਂ ਲੱਗਣਗੀਆਂ। ਪੁਰਾਣੇ ਸਮੇਂ 'ਚ ਸਵੇਰੇ ਭੋਜਨ ਛਕ ਕੇ ਲੋਕੀ ਸ਼ਾਮ ਨੂੰ ਗਾਵਾਂ ਮੱਝਾਂ ਲੈ ਕੇ ਆ ਕੇ ਰੋਟੀ ਖਾਂਦੇ ਸੀ, ਨਾਲੇ ਭੁੱਖ ਲੱਗ ਜਾਂਦੀ ਸੀ, ਨਾਲੇ ਸਿਹਤ ਵਧੀਆ ਰਹਿੰਦੀ ਸੀ, ਸਰੀਰ ਫਿੱਟ ਰਹਿੰਦਾ ਸੀ। ਜਿਹਨੇ 3-3 ਟਾਈਮ ਰਾਸ਼ਨ ਨਾਲ ਵੈਰ ਪਾ ਕੇ ਰੱਖਣਾ, ਮੇਰੇ ਵਰਗੇ ਨੇ ਗੋਲੀਆਂ ਦੇ ਸਹਾਰੇ ਚੱਲਦਾ ਹੁੰਦਾ। ਆਖੋ ਸਤਿਨਾਮ। ਮਾਂ ਕਹਿੰਦੀ ਪੁੱਤ ਤੈਨੂੰ ਭੁੱਖ ਲੱਗ ਜਾਇਆ ਕਰੂਗੀ, ਨਾਲੇ ਹੁਣ ਤੂੰ ਰੋਟੀ ਨਹੀਂ ਖਾਂਦਾ, ਕਿਉਂਕਿ ਗੁਰੂ ਸਾਹਿਬ ਭੋਜਨ ਬਹੁਤ ਘੱਟ ਖਾਂਦੇ ਸੀ। ਹੁਣ ਮਾਪਿਆਂ ਨੂੰ ਤੇ ਇਹੀ ਹੈ ਵੀ ਪੁੱਤ ਪਿਆ ਰਹਿੰਦਾ, ਭੁੱਖ ਕਿੱਥੋਂ ਲੱਗਣੀ। ਅੱਜ ਲੋਕਾਂ ਦੀ ਹਾਲਤ ਕੀ ਹੈ? ਮੈਂ ਕਹਿੰਦਾ ਕਿਸੇ ਨੂੰ ਲਾ ਦੋ ਟੋਕਾ ਗੇੜਨ, ਤੇ ਕਿਸੇ ਭੈਣ ਨੂੰ ਜਿਹੜੀ ਮਸ਼ੀਨ ਕੱਪੜੇ ਧੋਂਦੀ ਹੈ ਰੋਜ਼, ਉਹ ਬੰਦ ਕਰਾ ਕੇ ਕੱਪੜੇ ਧੋਣ ਲਾ ਦਿਓ ਵੀ ਚੱਲ ਭੈਣੇ ਕੱਪੜੇ ਧੋ ਹੱਥਾਂ ਦਾ। ਦੇਖੋ ਜੇ ਸਾਰੇ ਟੱਬਰ ਦੀਆਂ ਰੋਟੀਆਂ ਲਗਾ ਜੇ। ਆਖੋ ਸਤਿਨਾਮ। ਮਸ਼ੀਨ ਕੋਲ ਖੜੇ ਰਹਿਣਾ, ਪ੍ਰੈਸ ਕਿਸੇ ਨੇ ਕਰਨੀ, ਪੋਚਾ ਘਰੇ ਕਿਸੇ ਨੇ ਲਾ ਜਾਣਾ ਹੈ, ਰੋਟੀ ਖਾਣੀ ਸਿਰਫ ਅਸੀਂ ਹੈ, ਪਕਾਉਣੀ ਕਿਸੇ ਹੋਰ ਨੇ ਹੈ। ਤੇ ਕੀ ਕਰੂਗਾ ਸਰੀਰ? ਰੋਗ ਹੀ ਲੱਗਣਗੇ, ਹਿੱਲਣਾ ਤੇ ਹੈ ਨਹੀਂ। ਮਿੱਟੀ ਦਾ ਵਾਧੂ ਹੈ,
ਤੇ ਜਦੋਂ ਸਰੀਰ ਕੰਮ ਕਰੂ, ਅੱਗੇ ਲੋਕੀ ਰੋਟੀਆਂ ਘੱਟ ਖਾਂਦੇ ਸੀ, ਕੰਮ ਵੱਧ ਕਰਦੇ ਸੀ, ਭੁੱਖ ਲੱਗਦੀ ਸੀ, ਫੇਰ ਨਹੀਂ ਸੀ ਵੇਖਦੇ ਵੀ ਸੌਣ ਤੋਂ ਪਹਿਲਾਂ ਰੋਟੀ ਖਾਣੀ, ਬਾਅਦ ਚੋਂ ਤੇ ਵਿਹਲਿਆਂ ਦਾ ਕੰਮ ਹੈ, ਆਹ ਖਾ ਲੈ, ਸੌਣ ਤੋਂ ਇੰਨੇ ਘੰਟੇ ਪਹਿਲਾਂ ਖਾ ਲਈ, ਇੰਨਾ ਕੁ ਪਾਣੀ ਸਵੇਰੇ ਉੱਠ ਕੇ ਪੀ ਲਈ। ਵਿਹਲੜ ਬੰਦਿਆਂ ਦੇ ਕੰਮ ਨੇ। ਕਦੇ ਲੇਬਰ ਵਾਲਿਆਂ ਨੂੰ ਪੁੱਛਿਓ ਵੀ ਸਵੇਰੇ ਉੱਠ ਕੇ ਕਿੰਨੇ ਗਲਾਸ ਪਾਣੀ ਪੀਣਾ। ਉਹ ਚਾਹ 'ਚ ਵੀ ਦੱਬ ਕੇ ਮਿੱਠਾ ਪਾ ਦੋ, ਕਹਿੰਦਾ ਸਰਦਾਰ ਜੀ ਬਾਤ ਨਹੀਂ ਬਣੀ, ਔਰ ਲੈ ਕੇ ਆਓ, ਗਲਾ ਸਾਫ ਨਹੀਂ ਹੁਆ। ਤੇ ਸਾਡੇ ਵਾਲੇ ਮੇਰੇ ਵਰਗਾ ਚਾਹ 'ਚ ਮਿੱਠਾ ਘੱਟ ਪਾਏ, ਕਹਿੰਦੇ ਬਾਬਾ ਜੀ ਸ਼ੂਗਰ ਹੈ, ਛੋਟੀ ਕਿੱਥੇ ਹੋਣਾ। ਨਾ ਭਾਈ, ਇਹ ਡਰ ਲੱਗਦਾ ਕਿਤੇ ਕੱਲ ਛੇਤੀ ਨਾ ਭੜਕਦੀ ਆ ਸਾਡਾ ਨਾਮ। ਸ਼ੂਗਰ ਸ਼ੱਕਰ ਕਿਹੜੀ ਹੈ? ਜਿਹੜੇ ਲੱਛਣ ਸਾਡੇ ਨੇ ਤੇ ਹੋ ਸਕਦੀ ਹੈ ਨਾ, ਕੰਮਕਾਰ ਕੋਈ ਨਹੀਂ ਹੈ। ਤੇ ਗੁਰੂ ਸਾਹਿਬ ਨੂੰ ਬਾਰ-ਬਾਰ ਮਾਂ ਇਹੀ ਗੱਲ ਕਹਿੰਦੀ, ਪੁੱਤ ਤੈਨੂੰ ਭੁੱਖ ਲੱਗਿਆ ਹੋਣੀ। ਸੱਚੀ ਗੱਲ ਹੈ। ਮੱਝਾਂ ਚਾਰਨ ਜਾਏਗਾ ਹਨਾ, ਘਰ ਦੇ ਇਹਨਾਂ ਖਿਆਲਾਂ ਤੋਂ ਬਾਹਰ ਨਿਕਲੇਗਾ ਤੇ ਫਿਰ ਭੁੱਖ ਬਹੁਤ ਲੱਗੂਗੀ। ਭੁੱਖ ਲੱਗੂਗੀ, ਥੱਕ ਕੇ ਆਏਗਾ ਕਿ ਚੰਗੀ ਨੀਂਦ ਸੋਏਗਾ। ਮਾਂ ਬਾਪ ਆਪਣੇ ਵੱਲੋਂ ਚੰਗੀ ਸਲਾਹ ਦੇ ਰਹੇ ਹਨ। ਸਦਾ ਉਦਾਸ ਰਹੇ ਮਨ ਤੇਰੋ, ਪਰਚੋਂ ਪੁਨ ਹੋਏ ਖੀਰ ਵਧੇਰੋ। ਫਿਰ ਪਿਤਾ ਜੀ ਦੇ ਕੋਲ ਬੈਠੇ ਚਾਚਾ ਜੀ ਕਹਿੰਦੇ, ਪੁੱਤ ਤੇਰਾ ਮਨ ਉਦਾਸੀ ਚੋਂ ਬਾਹਰ ਨਿਕਲ ਜੂ। ਉਹਨਾਂ ਨੂੰ ਲੱਗਦਾ ਉਦਾਸ ਰਹਿੰਦਾ ਪੁੱਤ ਸਾਡਾ ਉਦਾਸ ਹੈ। ਸੱਚੀ ਗੱਲ ਹੈ। ਇਕੱਲੇ ਘਰਾਂ 'ਚ ਰਹਿਣ ਵਾਲੇ ਉਦਾਸ ਹੀ ਹੁੰਦੇ, ਕੰਧਾਂ ਨਾਲ ਗੱਲਾਂ ਕਰਦੇ ਆ। ਜਿਹੜਾ ਬੰਦਾ ਤੁਰ ਫਿਰ ਜੇ ਆਉਂਦਾ ਨਾ ਬਾਹਰ, ਮਾੜਾ ਮੋਟਾ ਸੁਭਾਵਿਕ ਜੀ ਗੱਲ ਹੈ, ਉਹ ਬੰਦਾ ਚੁਸਤ ਫੁਰਤ ਰਹਿੰਦਾ। ਬਹੁਤੇ ਘਰਾਂ 'ਚ ਅੰਦਰ ਰਹਿਣ ਵਾਲਿਆਂ ਨੂੰ ਵੇਖ ਲਿਓ, ਸਰੀਰ ਵੀ ਗੋਗੜਾ ਵਰਗੇ ਹੋਏ ਪਏ ਆ, ਨਾ ਤੁਰਿਆ ਜਾਂਦਾ ਨਾ ਬੈਠਿਆ ਜਾਂਦਾ। ਹਾਂਜੀ ਕੀ ਹਾਲ ਹੈ? ਬਸ ਕਹਿੰਦਾ ਡਿਪਰੈਸ਼ਨ ਹੀ ਹੈ, ਇਹੀ ਰਹਿਣਾ। ਜਦੋਂ ਤੂੰ ਜ਼ਮਾਨੇ ਤੋਂ ਟੁੱਟਿਆ ਫਿਰਦਾ, ਸਾਰਾ ਦਿਨ ਟੀਵੀ 'ਚ ਵੜਿਆ ਰਹਿੰਦਾ ਜਾਂ ਫੋਨ 'ਚ ਹੀ ਲੱਗਾ ਰਹਿੰਦਾ, ਕੰਮਕਾਰ ਕੋਈ ਨਹੀਂ, ਖਾ ਲਿਆ ਪੀ ਲਿਆ, ਰਜਾਈ ਚੱਕੀ ਸੌਂਦੇ, ਹੋਰ ਫਿਰ ਕਿਹੜਾ ਡੀਸੀ ਲੱਗਣਾ ਸੀ। ਆਹੀ ਕੁਛ ਹੁੰਦਾ। ਹੁਣ ਉਹਨਾਂ ਸਮਿਆਂ ਦੇ ਵਿੱਚ ਚਾਚਾ ਜੀ ਵੀ ਕਹਿਣ ਲੱਗੇ, ਪੁੱਤ ਉਦਾਸੀ ਦੂਰ ਹੋ ਜੂਗੀ ਤੇਰੀ। ਉਦਾਸੀ, ਬਹੁਤਾ ਬੋਲਣ ਵਾਲੇ ਉਦਾਸ ਨਹੀਂ ਹੁੰਦੇ, ਬਹੁਤਾ ਫਿਰਨ ਵਾਲੇ ਬਹੁਤੇ ਰੋਗ ਨਹੀਂ ਹੁੰਦੇ। ਹੁੰਦੇ ਕਿਹਨੂੰ ਆ? ਜਿਹੜਾ ਘਰੇ ਬੈਠਾ ਕੰਧਾਂ ਨੂੰ ਵੇਖੀ ਜਾਂਦਾ, ਸੋਚੀ ਜਾਂਦਾ, ਹਾਂ ਚੱਲਾਂਗੇ, ਫੋਨ ਕਰ ਲਿਆ, ਰਿਸ਼ਤੇਦਾਰਾਂ ਦੀਆਂ ਗੱਲਾਂ ਸੁਣ ਲਈਆਂ, ਦਿਮਾਗ ਚੱਲ ਗਈਆਂ, ਫੇਰ ਰੋਟੀ ਖਾ ਲਈ, ਫੇਰ ਪੈ ਗਿਆ, ਨੀਂਦ ਨਹੀਂ ਆਉਂਦੀ, ਦਵਾਈ ਲੈ ਲਈ, ਉਹਨੇ ਦੁਖੀ ਹੋ ਰਹਿਣਾ ਹੈ। ਗੱਲਾਂ ਤੇ ਬਾਹਰ ਦੀਆਂ ਸੁਣੀ ਜਾਂਦੇ ਆ, ਦਿਮਾਗ ਤੇ ਪ੍ਰੈਸ਼ਰ ਪਈ ਜਾਂਦਾ, ਉਹਨੇ ਆਹ ਕਹਿਤਾ, ਉਹਨੇ ਆਹ ਕਹਿਤਾ, ਕਦੇ ਘਰੋਂ ਨਹੀਂ ਨਿਕਲੇ, ਤੁਰੇ ਨਹੀਂ, ਫਿਰੇ ਨਹੀਂ, ਕੰਮ ਕਾਜ ਨਹੀਂ ਕੀਤਾ ਤੇ ਬਿਮਾਰ ਹੋਣਾ। ਪੁਰਾਣੇ ਸਮੇਂ ਦੇ ਜਿਹੜੇ ਸੀਰੀ ਹੁੰਦੇ ਸੀ, ਮੱਝਾਂ ਗਾਵਾਂ ਚਾਰ ਦੇ ਪੁੱਛੋ ਤੇ ਸਹੀ, ਸਾਰੇ ਮਹੱਲੇ ਦੇ ਲੋਕ ਇਕੱਠੇ ਆਉਂਦੇ ਸੀ। ਜਿੱਥੇ ਜਾ ਕੇ ਬਹਿ ਗਏ ਉਹੋ ਜਿਹੀਆਂ ਗੱਲਾਂ ਸੁਣਾਉਣੀਆਂ, ਲੋਕੀ ਕਹਿੰਦੇ ਯਾਰ ਸਾਨੂੰ ਵੀ ਸੁਣਾ ਜਾ, ਇੱਥੋਂ ਉੱਠਿਆ ਉੱਥੇ ਜਾ ਗਿਆ, ਉੱਥੋਂ ਉੱਠਿਆ ਉੱਥੇ ਜਾ ਗਿਆ। ਚਾਚਾ ਜੀ ਕਹਿੰਦੇ, ਪੁੱਤ ਤੇਰੀ ਉਦਾਸੀ ਦੂਰ ਹੋ ਜੂਗੀ, ਚਿਹਰੇ ਤੇ ਤੇਰੇ ਨੂਰ ਆ ਜਾਊਗਾ, ਐਵੇਂ ਮੁਰਝਾਇਆ ਰਹਿਣਾ ਏ। ਦਾਸ ਚਰਾਵਤ ਰੀਤ ਬਿਗਾਰੀ, ਹਰਤ ਤ੍ਰਿਣਨ ਤੁਮ ਅਨਹੁ ਚਾਰੀ। ਤੇ ਪਿਤਾ ਜੀ ਨੇ ਆਪਣੇ ਪੁੱਤ ਨੂੰ ਸਮਝਾਉਣ ਵਾਸਤੇ ਨੌਕਰ ਦੀ ਕੀਤੀ ਬੁਰਾਈ। ਕਹਿੰਦੇ ਜਿਹੜਾ ਆਪਾਂ ਨੌਕਰ ਰੱਖਿਆ ਵਿਗੜ ਗਿਆ, ਉਹ ਪਸ਼ੂਆਂ ਨੂੰ ਚੱਜ ਨਾਲ ਘਾਹ ਪੱਠੇ ਖਵਾ ਕੇ ਨਹੀਂ ਲੈ ਕੇ ਆਉਂਦਾ, ਭੁੱਖੇ ਮੋੜ ਲਿਆਉਣਾ ਪਸ਼ੂਆਂ ਨੂੰ। ਪੁੱਤ ਤੂੰ ਜਾਏਗਾ, ਹਰਾ ਹਰਾ ਘਾਹ ਖਵਾਏਂਗੇ, ਤੈਨੂੰ ਫਿਕਰ ਤੇ ਹੋਊਗਾ ਨਾ, ਮੱਝ ਸਾਡੀ ਹੈ, ਗਾਂ ਸਾਡੀ ਹੈ, ਜੇ ਜ਼ਹਿਰੀਲੀ ਜੜੀ ਬੂਟੀ ਖਾਓ ਤੇ ਬਿਮਾਰ ਹੋ। ਤਰੀਕਾ ਸੀ ਗੱਲ ਕਰਨ ਦਾ, ਕਿਉਂਕਿ ਹਰ ਮਾਂ ਬਾਪ ਆਪਣੇ ਬੱਚਿਆਂ ਨੂੰ ਲੌਜਿਕ ਨਾਲ ਸਮਝਾਉਂਦੇ ਆ। ਮਾਪੇ ਕਦੇ ਅਨਪੜ੍ਹ ਨਹੀਂ ਹੁੰਦੇ। ਅਨਪੜ੍ਹ ਤੇ ਉਹ ਜਿਹੜੇ 4 ਕਿਤਾਬਾਂ ਪੜ੍ਹ ਕੇ ਮਾਪਿਆਂ ਨੂੰ ਮੂਰਖ ਸਮਝਦੇ ਆ। ਜਿਨ੍ਹਾਂ ਨੇ ਤੈਨੂੰ ਜਨਮ ਦਿੱਤਾ ਉਹ ਅਨਪੜ੍ਹ ਨੇ। ਜਿਹੜੇ ਆਪ ਗਿੱਲੀਆਂ ਥਾਵਾਂ ਤੇ ਸੌਂ ਕੇ ਤੈਨੂੰ ਸੁੱਕੀਆਂ ਤੇ ਪਾਉਂਦੇ ਨੇ ਉਹ ਅਨਪੜ੍ਹ ਸੀ? ਨਹੀਂ, ਅਨਪੜ੍ਹ ਤੇ ਸੱਜਣਾ ਹੁਣ ਤੂੰ ਹੋਇਆ ਫਿਰਦਾ, ਖੁਦਾ ਦਾ ਨਾਮ ਖਾ ਲਿਆ, ਸੌ ਲਿਆ, ਅਨਪੜ੍ਹ ਨਾ ਸੀ। ਇਹ ਹਾਲ ਹੈ। ਜਦੋਂ ਕਹਿੰਦੇ ਗੱਲਾਂ ਆਖੀਆਂ ਨਾ, ਗੁਰੂ ਸਾਹਿਬ ਨੇ ਵੇਖਿਆ ਵੀ ਸਾਰਾ ਪਰਿਵਾਰ ਬੈਠਾ ਹੈ। ਮਰਦ ਕਹਿੰਦੇ, ਪਿਤਾ ਜੀ ਠੀਕ ਹੈ, ਫਿਰ ਸਭ ਕੁਝ ਜਿਵੇਂ ਤੁਸੀਂ ਕਹੋ। ਕੋਈ ਗੱਲ ਵਧਾ ਚੜਾ ਕੇ ਨਹੀਂ ਆਖੀ ਵੀ ਮੈਂ ਇਦਾਂ ਕਰ ਦਿਆਂਗਾ, ਤੁਸੀਂ ਮੈਨੂੰ 20 ਮੱਝਾਂ ਦੇ ਦਿਓ, 40 ਗਾਵਾਂ ਦੇ ਦਿਓ, ਮੈਂ ਇੰਨੇ ਟਾਈਮ ਤੇ ਨਹੀਂ, ਜਿੰਨਾ ਕਿ ਉਹ ਨਹੀਂ ਹੈ। ਪਿਤਾ ਜੀ ਕਹਿੰਦੇ, ਪੁੱਤ ਸਵੇਰ ਤੋਂ ਗਾਵਾਂ ਮੱਝਾਂ ਲੈ ਜੀ। ਕਹਿੰਦੇ ਠੀਕ ਆ ਬਾਪੂ ਜੀ, ਲੈ ਜੂਗਾ। ਕਿੱਥੇ ਲੈ ਕੇ ਜਾਣੀ ਹੈ? ਇਹ ਵੀ ਥਾਂ ਨਾ ਪੁੱਛਿਆ। ਇਹੋ ਪ੍ਰੀਤ ਸੋ ਕਰਤ ਦੁਲਾਰਾ, ਸੁਣ ਸ੍ਰੀ ਨਾਨਕ ਭੋ ਅਨੁਸਾਰਾ। ਗੁਰੂ ਸਾਹਿਬ ਨੇ ਹੱਥ ਜੋੜ ਕੇ ਸਾਰਿਆਂ ਨੂੰ ਸੀਸ ਨਵਾਇਆ। ਹੁਣ ਪੁੱਛੇ ਹੀ ਨਾ ਵੀ ਕਿੱਥੇ ਲੈ ਕੇ ਜਾਣੀ ਹੈ ਚਾਰਨ ਵਾਸਤੇ। ਤੇ ਚਾਹ ਖੁਸ਼ੀ ਚ ਬਾਪੂ ਜੀ ਨੇ ਵੀ ਦੱਸਿਆ ਨਹੀਂ ਵੀ ਆਪਣੀ ਚਾਰਗਾ ਰੇੜੀ ਆ, ਖੁਦਾ ਦਾ ਨਾਮ। ਅੱਗੇ ਜਿਵੇਂ ਲੋਕਾਂ ਦੇ ਪਹਿਲਾਂ ਵਾੜੇ ਵੰਡੇ ਹੁੰਦੇ ਸੀ ਨਾ ਪਿੰਡਾਂ 'ਚ, ਵੀ ਆਹ ਗੋਹਾ ਤੁਸੀਂ ਇੱਥੇ ਸੁੱਟਣਾ ਹੈ, ਮੱਝਾਂ ਫਲਾਣੀ ਥਾਂ ਜਾਣਗੀਆਂ, 4 ਗਾਹਾਂ ਹੁੰਦੀਆਂ ਸੀ ਪੁਰਾਣੇ ਸਮੇਂ 'ਚ, ਵੀ ਫਲਾਣੇ ਨੇ ਫਲਾਣੇ ਥਾਂ ਇਲਾਕੇ 'ਚ ਜਾ ਕੇ ਗਾਵਾਂ ਮੱਝਾਂ ਚਾਰ ਕੇ ਲੈ ਕੇ ਆਉਂਦੀਆਂ। ਪਿਤਾ ਜੀ ਖੁਸ਼ ਨੇ, ਮੇਰਾ ਪੁੱਤ ਮੇਰੇ ਆਖੇ ਲਾਗੇ ਤੋਂ ਵੱਡੀ ਖੁਸ਼ੀ ਕੀ ਹੋ ਸਕਦੀ ਹੈ? ਬੜੇ ਪ੍ਰਸੰਨ। ਕਹਿੰਦੇ ਮੇਰਾ ਪੁੱਤ ਸਿਆਣਾ ਹੋ ਗਿਆ। ਹੁਣ ਲੋਕਾਂ ਦੀਆਂ ਜ਼ੁਬਾਨਾਂ ਤੇ ਤਾਲੇ ਲੱਗ ਜਾਣਗੇ।
ਕਹਿਤ ਪਿਤਾ ਜੀ ਭੋਰ ਸੁਧਾਉ ਤੁਮ ਰਜਾਇਤੀ ਚਾਰ ਲਿਆਓ। ਹੱਥ ਜੋੜ ਕੇ ਗੁਰੂ ਸਾਹਿਬ ਕਹਿੰਦੇ ਪਿਤਾ ਜੀ ਤੁਹਾਡੀ ਆਗਿਆ ਨਾਲ ਮੈਂ ਚਾਰ ਕੇ ਲੈ ਆਉਣਾ, ਜਿੱਥੇ ਤੁਸੀਂ ਭੇਜੋਗੇ ਮੈਂ ਚਲੇ ਜਾਊਂਗਾ, ਪਰ ਜਾਊਂਗਾ ਸਵੇਰੇ ਸਵਖਤੇ। ਮਾਤਾ ਦੇ ਨੇਤਰਾਂ ਚ ਅਥਰੂ ਆ ਕੇ ਸ਼ੁਕਰ ਹੈ ਕੰਮ ਨੂੰ ਹਾਂ ਤੇ ਕੀਤੀ। ਗੱਲ ਇਹ ਨਹੀਂ ਵੀ ਉਹ ਮੱਝਾਂ ਚਾਰਨ ਗਏ ਆ, ਪਟਵਾਰੀ ਦੇ ਪੁੱਤ ਨੇ। ਕੰਮ ਛੋਟਾ ਵੱਡਾ ਨਹੀਂ ਹੁੰਦਾ, ਸੋਚ ਛੋਟੀ ਵੱਡੀ ਹੋ ਸਕਦੀ ਬੰਦੇ ਦੀ। ਉਹ ਚਾਹੁੰਦੇ ਸੀ ਸਾਡਾ ਬੱਚਾ ਕਿਸੇ ਨਾ ਕਿਸੇ ਤਰੀਕੇ ਨਾਲ ਕੰਮ ਲੱਗੇ, ਆਰੇ ਲੱਗੇ, ਇਹਦੀ ਚਿੰਤਾ ਮੁੱਕੇ ਉਦਾਸ ਰਹਿੰਦਾ ਹੈ। ਕੰਮ ਕਾਰ ਲੱਗੂਗਾ, ਲੋਕਾਂ ਚ ਉੱਠੂ ਬੈਠੂਗਾ, ਥੋੜਾ ਇਹਨੂੰ ਫਰਕ ਪੈ ਜੂ, ਸੁਭਾਅ ਬਦਲ ਜੂਗਾ, ਇਹ ਹੱਸਿਆ ਖੇਡਿਆ ਕਰੇਗਾ। ਹੱਸ ਕੇ ਰਹਿਣ ਵਿਖੇ ਪਰ ਸੋਏ ਜਿਨ ਦਾਸਨ ਕੇ ਬੰਦ ਬਿਗੋਏ। ਗੁਰੂ ਸਾਹਿਬ ਅੱਜ ਦੀ ਰਾਤ ਕਹਿੰਦੀ ਛੱਕ ਕੇ ਭੋਜਨ ਬੜੇ ਆਰਾਮ ਨਾਲ ਵਿਸ਼ਰਾਮ ਕਰਦੇ ਆ। ਸਵੇਰਾ ਹੋਇਆ ਮਰਜ ਉੱਠੇ, ਪਿਤਾ ਜੀ ਕਹਿੰਦੇ ਨੌਕਰ ਨੂੰ ਨਾਲ ਲੈ ਜੀ। ਕਹਿੰਦੇ ਸੱਤ ਵਜੇ, ਕਿਉਂਕਿ ਪਹਿਲਾ ਦਿਨ ਹੈ, ਨੌਕਰ ਨਾਲ ਜਾਏਗਾ, ਜਾ ਕੇ ਦੱਸੇਗਾ ਗਾਂ ਅੱਜ ਕਿਵੇਂ ਚਾਰ ਨਹੀਂ, ਕਿਹੜਾ ਕਦੇ ਚਾਰੀਆਂ ਨੇ। ਗੁਰੂ ਨਾਨਕ ਸਾਹਿਬ ਮਹਾਰਾਜ ਪਟਵਾਰੀ ਦੇ ਪੁੱਤਰ ਨੇ, ਖਾਂਦੇ ਪੀਂਦੇ ਘਰ ਚੰਗੇ ਘਰਾਣੇ ਬੇਦੀ ਵੰਸ਼ ਵਿੱਚੋਂ ਨੇ, ਉਹਨਾਂ ਨੇ ਕਦੇ ਕੰਮ ਹੀ ਨਹੀਂ ਕੀਤੇ। ਹੁਣ ਪਹਿਲੀ ਵਾਰ ਨੌਕਰ ਨੇ ਨਾਲ ਜਾਣਾ, ਜੋ ਮੱਝਾਂ ਚਾਰਨ ਨਾਲ ਜਾਏਗਾ। ਸ੍ਰੀ ਨਾਨਕ ਅਰਨੋਧ ਜਾਗੇ ਗੋ ਮਹਿ ਕੀ ਚਾਰਨ ਅਨਰਾਗੇ। ਸਵੇਰੇ ਸਵੇਰੇ ਉੱਠੇ, ਮਾਤਾ ਨੇ ਇਸ਼ਨਾਨ ਕਰਾਇਆ, ਭੋਜਨ ਛਕਾਇਆ। ਕਹਿੰਦੇ ਪੁੱਤਰ ਅੱਜ ਤੁਸੀਂ ਗਾਵਾਂ ਮੱਝਾਂ ਚਾਰਨ ਜਾਣਾ ਹੈ। ਮਾਤਾ ਨੂੰ ਮੱਥਾ ਟੇਕਿਆ, ਕਹਿੰਦੇ ਹਾਂ ਮਾਂ ਜ਼ਰੂਰ ਜਾਊਂ। ਮਾਂ ਨੇ ਕੱਚਾ ਦੁੱਧ ਪਿਲਾਇਆ, ਮਿੱਠਾ ਪਾ ਕੇ। ਉਸ ਵੇਲੇ ਮਿਸ਼ਰੀ ਘੋੜੀ ਹੋਈ, ਦੁੱਧ ਚ ਪਿਲਾ ਦਿੱਤੀ। ਚਲੋ ਸ਼ੁਕਰ ਹੈ ਕੰਮ ਤੇ ਚੱਲਿਆ। ਅੱਗੇ ਕੱਚੇ ਦੁੱਧ ਪੀਂਦੇ ਸੀ ਲੋਕ, ਮਿਸ਼ਰੀਆਂ ਪਾ ਕੇ। ਹੁਣ ਅੱਧਾ ਗਲਾਸ ਵੀ ਸਾਨੂੰ ਸੌਣ ਨਹੀਂ ਦਿੰਦਾ, ਆਖੋ ਸਤਿਨਾਮ। ਕਿਉਂਕਿ ਦੁੱਧ ਨਹੀਂ, ਦੁੱਧ ਵੀ ਯੂਰੀਆ ਤੇ ਕੈਮੀਕਲ ਹੈ। ਸਾਡੀਆਂ ਤੇ ਨਸਾਂ ਵਿੱਚ ਹਰ ਵੇਲੇ ਸਾਡੇ ਸਰੀਰ ਵਿੱਚ ਜ਼ਹਿਰ ਜਾਂਦਾ ਹੈ। ਕੈਮੀਕਲ ਸਾਬਣ ਅਸੀਂ ਯੂਜ਼ ਕਰ ਰਹੇ ਹਾਂ, ਖਾ ਪੀ ਰਹੇ ਹਾਂ। ਹਵਾ ਪੋਲਿਊਟ ਹੈ, ਪਾਣੀ ਪੋਲਿਊਟ ਹੈ, ਇੱਥੋਂ ਤੱਕ ਲੋਕਾਂ ਦੀ ਬੋਲੀ ਪੋਲਿਊਟ ਹੈ। ਜੋ ਲੋਕ ਬੋਲਦੇ ਆ ਨਾ, ਉਹ ਵੀ ਸੌਣ ਨਹੀਂ ਦਿੰਦਾ, ਆਖੋ ਸਤਿਨਾਮ। ਇੰਨਾ ਪੋਲਿਊਸ਼ਨ ਬੋਡੀ ਵਿੱਚ ਹੋਇਆ ਤੇ ਬੰਦਾ ਰੱਬ ਦਾ ਨਾਂ ਕਿੱਥੋਂ ਜਾ ਪਾਊਗਾ, ਖੁਸ਼ ਕਿੱਥੇ ਰਹਿ ਜਾਊਗਾ। ਸਵੇਰੇ ਸਵੇਰੇ ਮਾਤਾ ਜੀ ਨੇ ਮਿਸ਼ਰੀ ਘੋਲ ਕੱਚਾ ਦੁੱਧ ਪਿਲਾਇਆ ਤੇ 2 ਫੁਲਕੇ ਸ਼ਿਕਾਤੇ ਨਾਲ ਬੰਨ ਕੇ ਦਿੱਤੇ। ਕਹਿੰਦੇ ਪੁੱਤ ਜੇ ਭੁੱਖ ਲੱਗੀ ਖਾ ਲਈ, ਕਿਉਂਕਿ ਬੱਚੇ ਆ ਨਾ ਜੀ, ਵੱਡੇ ਤੇ ਹੈ ਨਹੀਂ। ਹੁਣ ਤਿਆਰੀ ਹੈ ਜੀ, ਸਮਾਂ ਸਮਾਪਤ ਹੋ ਗਿਆ। ਮਹਾਰਾਜ ਮੱਝਾਂ ਚਾਰਨ ਜਾਣਗੇ। ਦੇਖੋ ਜੀ ਹੁਣ ਇਹ ਗੱਲ ਆਪਾਂ ਸਿੱਧੀ ਸੁਣਾਈਏ ਵੀ ਗੁਰੂ ਸਾਹਿਬ ਮੱਝਾਂ ਚਾਰਨ ਕੇ ਗਏ, ਫਿਰ ਇਹਨਾਂ ਦੀ ਕੰਮ ਹੈ। ਪਰ ਆ ਜੋ ਹੋ ਰਿਹਾ ਹੈ, ਜਿਹੜੀਆਂ ਗੱਲਾਂ ਬਾਤਾਂ ਹੋ ਰਹੀਆਂ ਸਵੇਰੇ, ਜੋ ਪਰਿਵਾਰ ਦੀ ਪ੍ਰੋਬਲਮ ਸੀ, ਲੋਕਾਂ ਦੀ ਮੁਸ਼ਕਲ ਸੀ, ਗੁਰੂ ਸਾਹਿਬ ਨਾਲ ਕੀ ਕੁਝ ਹੋ ਰਿਹਾ ਹੈ, ਇਹ ਸਾਰਾ ਕੁਝ ਤੁਸੀਂ ਬੜੇ ਵਿਸਥਾਰ ਸਹਿਤ ਸੁਣਿਆ ਹੈ। ਗੁਰ ਇਤਿਹਾਸ ਤੋਂ ਬਗੈਰ ਇਹ ਪ੍ਰਸੰਗ ਕਦੇ ਵੀ ਸੁਣਨ ਨੂੰ ਨਹੀਂ ਪ੍ਰਾਪਤ ਹੁੰਦੇ। ਭਾਗਾਂ ਵਾਲੇ ਬੜੀ ਦੂਰੋਂ ਦੂਰੋਂ ਆ ਕੇ ਨਿਤਾ ਪ੍ਰਤ ਸਮੇਂ ਨਾਲ ਜੁੜਦੇ ਹੋ। ਮਰਦ ਕਿਰਪਾ ਕਰਨ, ਤੰਦਰੁਸਤੀਆਂ ਬਖਸ਼ਣ। ਇਸੇ ਤਰ੍ਹਾਂ ਜੁੜ ਕੇ ਆਨੰਦ ਮਾਣੀਏ। ਵਾਹਿਗੁਰੂ ਵਾਹਿਗੁਰੂ।